ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਾਬਕਾ ਆਈਐਐਸ ਸਰਦਾਰ ਗੁਰਤੇਜ ਸਿੰਘ ਮੌਜੂਦ ਨੇ। ਅਸੀਂ ਗੱਲਬਾਤ ਦਾ ਵਿਸ਼ਾ ਜਿਹੜਾ ਆ ਉਹ ਖਾਲਿਸਤਾਨ ਦੇ ਮੁੱਦੇ ਉੱਤੇ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਸਾਹਮਣੇ ਆਇਆ ਖਾਲਿਸਤਾਨ ਦਾ ਸ਼ਬਦ, ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਸਿਆਸਤ ਚੱਲੀ ਤੇ ਅੱਜ ਦੇ ਸਮੇਂ ਦੇ ਵਿੱਚ ਇਹਦਾ ਹੱਲ ਕੀ ਆ। ਕਿਉਂਕਿ ਇਸ ਮਾਮਲੇ 'ਚ ਕਈ ਸਿੱਖ ਜਿਹੜੇ ਨੌਜਵਾਨ ਨੇ ਜਾਂ ਸਿੱਖ ਆਗੂ ਨੇ, ਉਹਨਾਂ ਨੂੰ ਜੇਲ੍ਹਾਂ ਦਾ ਸਾਹਮਣਾ ਕਰਨਾ ਪਿਆ, ਜਾਂ ਕਈ ਅੱਜ ਵੀ ਜੇਲ੍ਹਾਂ ਦੇ ਵਿੱਚ ਨੇ। ਇਹ ਮਸਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈਂਦਾ। ਜਦੋਂ ਪਟਿਆਲਾ ਦੇ ਵਿੱਚ ਹੁਣ ਘਟਨਾ ਨਵੀਂ ਵਾਪਰੀ ਹੈ ਤਾਂ ਉਸ ਤੋਂ ਬਾਅਦ ਇਹਨੇ ਇੱਕ ਵਾਰ ਫੇਰ ਚਰਚਾ ਛੇੜ ਦਿੱਤੀ ਹੈ ਕਿ ਆਖਿਰਕਾਰ ਇਸ ਮਸਲੇ ਦੇ ਪਿੱਛੇ ਕੌਣ ਹੈ। ਸਵਾਗਤ ਹੈ ਤੁਹਾਡਾ ਗੁਰਤੇਜ ਸਿੰਘ ਜੀ। ਥੈਂਕ ਯੂ। ਸ਼ੁਕਰੀਆ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਗੁਰਤੇਜ ਸਿੰਘ ਜੀ, ਪਹਿਲਾ ਸਵਾਲ ਇਹੀ ਹੈ ਕਿ ਖਾਲਿਸਤਾਨ ਦਾ ਮਸਲਾ ਆਖਿਰਕਾਰ ਕੀ ਹੈ ਭਾਰਤ ਦੇ ਅੰਦਰ। ਬਾਹਰਲੇ ਮੁਲਕਾਂ ਦੇ ਵਿੱਚ ਤਾਂ ਚਲੋ ਚਰਚਾ ਹੁੰਦੀ, ਉੱਥੇ ਫ੍ਰੀडम ਆਫ ਸਪੀਚ ਦੀ ਗੱਲ ਕਹਿ ਦਿੰਦੇ ਨੇ। ਸਾਡੇ ਇੱਥੇ ਵੀ ਫ੍ਰੀडम ਆਫ ਸਪੀਚ ਹੈ, ਪਰ ਖਾਲਿਸਤਾਨ ਨੂੰ ਲੈ ਕੇ ਇੱਕ ਵੱਖਰਾ ਨਜ਼ਰੀਆ ਰੱਖਿਆ ਜਾਂਦਾ। ਜੇ ਅਸੀਂ ਹਿੰਦੁਸਤਾਨ ਦੀ ਜਿਹੜੀ ਹੈ ਸਿਆਸਤ ਜਾਂ ਜਿਹੜਾ ਕਾਨੂੰਨ ਵਿਵਸਥਾ ਹੈਗੀ ਉਸ ਦੇ ਬਾਰੇ ਸੋਚੀਏ ਤਾਂ ਉਹ ਕਹਿੰਦੇ ਹੈ ਕਿ ਖਾਲਿਸਤਾਨ ਦਾ ਪ੍ਰਚਾਰ ਕਰਨਾ ਕੋਈ ਪਾਪ ਨਹੀਂ ਤੇ ਹਰ ਇੱਕ ਨੂੰ ਆਪਣੇ ਸਿਆਸੀ ਵਿਚਾਰ ਪ੍ਰਚਾਰਨ ਦਾ ਹੱਕ ਹੈ। ਇਹ ਗੱਲ ਤਾਂ ਇੱਥੋਂ ਤੱਕ ਹੈ। ਹੁਣ ਜਿਹੜੀ ਖਾਲਿਸਤਾਨ ਦੀ ਗੱਲ ਹੈਗੀ ਚੱਲੀ ਕਦੋਂ, ਇਸ ਦੇ ਬਾਰੇ ਜੇ ਅਸੀਂ ਸੋਚਣਾ ਹੋਵੇ ਤਾਂ ਸਾਨੂੰ ਆਜ਼ਾਦੀ ਤੋਂ 1900 ਜਿਹਨੂੰ ਆਜ਼ਾਦੀ ਕਹਿੰਦੇ ਨੇ, ਇਹ ਪੰਜਾਬ ਦੇ ਬਟਵਾਰੇ ਤੋਂ 1947 ਤੋਂ ਪਹਿਲਾਂ ਜਾਣਾ ਪਏਗਾ। 1947 ਤੋਂ ਕਾਫੀ ਪਹਿਲਾਂ ਜਦੋਂ ਅੰਗਰੇਜ਼ਾਂ ਨੇ ਜ਼ਾਹਰ ਕਰਤਾ ਸੀ ਕਿ ਅਸੀਂ ਮੁਲਕ ਨੂੰ ਛੱਡ ਕੇ ਜਾਣਾ ਚਾਹੁੰਦੇ ਹਾਂ, ਤਾਂ ਇਹਨਾਂ ਨੇ ਆਪਣੀਆਂ ਕਨਸਟੀਟਿਊਸ਼ਨਸ ਵਗੈਰਾ ਬਣਾਉਣ ਦਾ ਕਵਾਇਦ ਸ਼ੁਰੂ ਕਰਤੀ ਸੀ ਕਿ ਕੀ ਆਇਨ ਹੋਏਗਾ ਸਾਡਾ। ਉਸ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਸੀਰੀਅਸ ਜੀ ਅਟੈਂਪਟ ਹੋਈ ਸੀ ਜਿਹੜੀ, ਉਹ ਸੀ ਸਰ ਤੇਜ ਬਹਾਦਰ ਸਪਰੂ ਕਮੇਟੀ ਦੀ। ਸਰ ਤੇਜ ਬਹਾਦਰ ਸਪਰੂ ਕਮੇਟੀ ਨੇ ਆਪਣੇ ਪੈਰਾ 176 ਦੇ ਵਿੱਚ ਲਿਖਿਆ ਸੀਗਾ ਕਿ ਸਿੱਖਾਂ ਨੂੰ ਵੀ ਆਪਣੀ ਹੋਮਲੈਂਡ ਬਣਾਉਣ ਦਾ ਹੱਕ ਹੈ ਔਰ ਇਹਨਾਂ ਦੀ ਹੋਮਲੈਂਡ ਬਣਨੀ ਚਾਹੀਦੀ ਹੈ। ਹੁਣ ਇਹ ਬੈਕਗਰਾਉਂਡ ਕੀ ਸੀ? ਬੈਕਗਰਾਉਂਡ ਇਹ ਸੀ ਕਿ ਇਹ ਹਿੰਦੂ ਇੰਡੀਆ ਨੇ ਫੈਸਲਾ ਕਰ ਲਿਆ ਸੀ ਕਿ ਮੁਸਲਮਾਨਾਂ ਨੂੰ ਨਾਲ ਨਹੀਂ ਰੱਖਣਾ। ਉਹ ਇਹਨਾਂ ਨੂੰ ਮਲੇਸ਼ ਸਮਝਦੇ ਸਨ ਔਰ ਇਹਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਸਨ ਹਿੰਦੁਸਤਾਨ ਤੋਂ। ਸੋ ਉਹਨਾਂ ਦੇ ਮਨਾਂ ਦੇ ਵਿੱਚ ਪਾਕਿਸਤਾਨ ਦਾ ਜਨਮ ਹੋ ਚੁੱਕਿਆ ਸੀ। ਔਰ ਜਿਹੜਾ ਪਾਕਿਸਤਾਨ ਦਾ ਲਫ਼ਜ਼ ਹੈ ਇਹ ਵੀ ਇਹਨਾਂ ਦੇ ਹਿੰਦੂ ਪ੍ਰੈਸ ਦੀ ਦੇਣ ਹੈ। ਉਹਨਾਂ ਨੇ ਮੁਸਲਮਾਨ ਨੇ ਕਦੇ ਇਸ ਤਰ੍ਹਾਂ ਦਾ ਨਹੀਂ ਸੀ ਕਿਹਾ, ਨਾ ਜਿਨ੍ਹਾਂ ਤੇ ਨਾ ਜਦੋਂ ਬਾਅਦ 'ਚ ਇਸ ਦੀ ਆਪਣੇ ਬਾਅਦ 'ਚ ਗੱਲ ਕਰਦੇ ਨੇ ਵੀ ਜਿਹੜੇ ਪਾਕਿਸਤਾਨ ਦੇ ਬਾਨੀ ਸਨ, ਉਹਨਾਂ ਦੇ ਵਿੱਚੋਂ ਕਿਸੇ ਦਾ ਵੀ ਪਾਕਿਸਤਾਨ ਬਣਾਉਣ ਦਾ ਮਸਲਾ ਨਹੀਂ ਸੀ, ਨਾ ਹੀ ਉਹਨਾਂ ਨੇ ਇਸ ਦੇ ਬਾਰੇ ਗੱਲ ਕੀਤੀ ਸੀ। ਹਿੰਦੂ ਇੰਡੀਆ ਨੇ ਫੈਸਲਾ ਕਰ ਲਿਆ ਕਿ ਪਾਕਿਸਤਾਨ ਬਣਾਉਣਾ ਹੈ ਔਰ ਮੁਸਲਮਾਨਾਂ ਨੂੰ ਹਿੰਦੁਸਤਾਨ ਤੋਂ ਬਾਹਰ ਕੱਢ ਦੇਣਾ ਹੈ। ਉਸ ਤੋਂ ਬਾਅਦ ਇਹਨਾਂ ਨੇ ਫੈਸਲਾ ਕੀਤਾ ਕਿ ਜੋ ਉਸ ਦਾ ਪਾਕਿਸਤਾਨ ਦਾ ਜਿਹੜਾ ਟੁਕੜਾ ਅਸੀਂ ਬਚਾ ਸਕਦੇ ਹਾਂ ਉਹ ਬਚਾਉਣਾ ਹੈ। ਇਸ ਦੇ ਵਿੱਚ ਸਿੱਖ ਹੋਮਲੈਂਡ, ਸਿੱਖ ਸਟੇਟ, ਇਹ ਇਸ ਕਿਸਮ ਦੀਆਂ ਟਰਮਸ ਇਹਨਾਂ ਨੇ ਬਣਾਈਆਂ। ਸੋ ਤੇਜ ਬਹਾਦਰ ਸਪਰੂ ਕਮੇਟੀ ਸਿੱਖ ਹੋਮਲੈਂਡ ਦੀ ਗੱਲ ਕਰਦੀ ਹੈ। ਔਰ ਉਸ ਵੇਲੇ ਰਾਬਰਟ ਨੀਡਮ ਕਸ ਸੀਗਾ, ਉਸਨੇ ਇੱਕ ਕਿਤਾਬ ਲਿਖੀ ਸੀਗੀ। ਉਸ ਕਿਤਾਬ ਨੂੰ ਇਹ ਕੋਟ ਕਰਦੇ ਹੈ, ਲਿੰਗੁਇਸਟਿਕ ਐਂਡ ਅਦਰ ਓਰੀਐਂਟਲ ਐਸੇਜ਼। ਇਹ ਕਿਤਾਬ ਲਿਖੀ ਸੀ ਉਸਨੇ। ਉਸ ਦੇ ਵਿੱਚ ਉਸਨੇ ਦੱਸਿਆ ਸੀ ਕਿ ਪੰਜਾਬ ਜਿਹੜਾ ਹੈ ਇਹ ਸਿੱਖਾਂ ਦੀ ਹੋਮਲੈਂਡ ਹੈ ਔਰ ਇਹਨਾਂ ਦੀ ਹੋਲੀ ਲੈਂਡ ਹੈ। ਉਸ ਨੂੰ ਕੋਟ ਕਰਦਿਆਂ ਹੋਇਆ ਇਹ ਤੇਜ ਬਹਾਦਰ ਸਪਰੂ ਕਹਿੰਦਾ ਹੈ ਕਿ ਜੀ ਪੰਜਾਬ ਦੇ ਵਿੱਚ ਸਿੱਖਾਂ ਦਾ ਸਿੱਖ ਹੋਮਲੈਂਡ ਬਣਨਾ ਜਾਇਜ਼ ਹੈ। ਇਹਨਾਂ ਨੇ ਇਹ ਸ਼ੁਰੂ ਕੀਤਾ ਸੀਗਾ ਤਾਂ ਕਿ ਪਾਕਿਸਤਾਨ ਦੇ ਵਿੱਚੋਂ ਜਿੰਨਾ ਵੀ ਹਿੱਸਾ ਕੱਢਿਆ ਜਾ ਸਕੇ ਉਹ ਕੱਢ ਸਕਣ। ਬਾਅਦ ਦੇ ਵਿੱਚ ਕਈ ਵਾਰ ਫਿਰ ਇਹ ਮਿਲਾਪ ਨੇ 1946 ਦੇ ਵਿੱਚ 23 ਮਾਰਚ ਨੂੰ ਐਡੀਟੋਰੀਅਲ ਲਿਖਿਆ, ਜਿਹਦੇ ਵਿੱਚ ਇਸ ਨੇ ਕਿਹਾ ਕਿ ਅਸੀਂ ਸਿੱਖ ਸਟੇਟ ਨੂੰ ਸਪੋਰਟ ਕਰਦੇ ਹਾਂ, ਸਿੱਖ ਸਟੇਟ ਦੀ ਡਿਮਾਂਡ ਨੂੰ ਸਪੋਰਟ ਕਰਦੇ ਹਾਂ। ਯਾਨੀ ਸਿੱਖਾਂ ਦਾ ਅਜੇ ਤੱਕ ਕੋਈ ਬਹੁਤਾ ਪ੍ਰੋਨਾਊਂਸਡ ਇਸ ਦੇ ਹੱਕ ਦੇ ਵਿੱਚ ਗੱਲ ਨਹੀਂ ਸੀ, ਲੇਕਿਨ ਹਿੰਦੂ ਪ੍ਰੈਸ ਤੇ ਹਿੰਦੂ ਇੰਟਲੈਕਚੁਅਲ
ਤੇ ਹਿੰਦੂ ਕਾਂਗਰਸ ਇਹ ਸਾਰੇ ਲੱਗੇ ਹੋਏ ਸਨ ਸਿੱਖ ਸਟੇਟ ਬਣਾਉਣ ਵਾਸਤੇ, ਕਿਉਂਕਿ ਪਾਕਿਸਤਾਨ ਨੂੰ ਇਹ ਕਮਜ਼ੋਰ ਕਰਨਾ ਚਾਹੁੰਦੇ ਸੀ। ਹੁਣ ਇਹ ਜਦੋਂ ਅਗਾਂਹ ਜਾਂਦੇ ਹਾਂ ਅਸੀਂ ਤਾਂ ਦੇਖਦੇ ਹਾਂ ਕਿ ਜਿਹੜੇ ਪੰਜਾਬ ਦੀ ਹਿੰਦੂ ਸਭਾ ਹੈਗੀ, ਉਹ ਵੀ ਉਸਨੇ ਮੈਮੋਰੰਡਮ ਦਿੱਤਾ ਕੈਬਨਿਟ ਮਿਸ਼ਨ ਨੂੰ, ਔਰ ਉਹਨੂੰ ਕਿਹਾ ਕਿ ਆਜ਼ਾਦ ਸਿੱਖ ਸਟੇਟ ਬਣਨਾ ਚਾਹੀਦਾ। ਔਰ ਇਹ ਗੱਲ ਹੈਗੀ ਅਪ੍ਰੈਲ 1946 ਦੀ। ਸੋ ਇਹਨਾਂ ਨੇ ਜਦੋਂ ਇੰਨਾ ਕੁਝ ਹੋ ਗਿਆ ਤਾਂ ਆਖਰ ਦੇ ਉੱਤੇ 23 ਮਾਰਚ 1947 ਨੂੰ ਮਾਸਟਰ ਤਾਰਾ ਸਿੰਘ ਦਾ ਸਟੇਟਮੈਂਟ ਛਪਿਆ। ਇਹ ਜਿਹੜਾ ਗਜ਼ਟ ਸੀ ਸਿਵਲ ਐਂਡ ਮਿਲਟਰੀ ਗਜ਼ਟ ਅਖਬਾਰ ਚੱਲਦਾ ਸੀ ਲਾਹੌਰ ਤੋਂ, ਉਹਦੇ ਵਿੱਚ 25 ਮਾਰਚ ਨੂੰ ਇਹ ਮਾਸਟਰ ਜੀ ਦਾ ਸਟੇਟਮੈਂਟ ਛਪਿਆ ਕਿ ਇਹ ਜੇ ਮੁਸਲਮਾਨਾਂ ਨੂੰ ਤੁਸੀਂ ਪਾਕਿਸਤਾਨ ਦੇਣਾ ਤਾਂ ਸਾਨੂੰ ਵੀ ਇੱਕ ਸਿੱਖ ਹੋਮਲੈਂਡ ਬਣਾ ਕੇ ਦਿਓ। ਯਾਨੀ ਹੁਣ ਤੱਕ 47 ਤੱਕ ਇਹ ਲਫ਼ਜ਼ ਖਾਲਿਸਤਾਨ ਨਹੀਂ ਸੀ ਵਰਤਿਆ ਜਾਂਦਾ, ਸਿੱਖ ਸਟੇਟ, ਸਿੱਖ ਹੋਮਲੈਂਡ ਜਾਂ ਇਸ ਤਰ੍ਹਾਂ ਦੇ ਇੱਕ ਲਫ਼ਜ਼ ਵਰਤੇ ਜਾਂਦੇ ਸਨ। ਹੁਣ ਜਦੋਂ ਆ ਗਿਆ ਕੌਂਸਟੀਟਿਊਂਟ ਅਸੈਂਬਲੀ ਬਣ ਗਈ ਔਰ ਉਸ ਦੇ ਵਿੱਚ ਗੱਲਾਂ ਹੋਣ ਲੱਗੀਆਂ ਤਾਂ ਉੱਥੇ ਸਭ ਤੋਂ ਪਹਿਲਾਂ ਪ੍ਰੋਬਲਮ ਇਹ ਆਇਆ, ਪੰਜਾਬ ਦਾ ਪ੍ਰੋਬਲਮ ਸੀ ਲੈਂਗੁਏਜ ਦਾ। ਜਿਹੜੇ ਹਿੰਦੂ ਇੰਡੀਆ ਸੀ, ਹਿੰਦੂ ਪੰਜਾਬ ਸੀ, ਉਹ ਪੰਜਾਬੀ ਨੂੰ ਬਹੁਤ ਨਫ਼ਰਤ ਕਰਦਾ ਸੀ, ਸਿੱਖਾਂ ਨੂੰ ਵੀ ਬਹੁਤ ਨਫ਼ਰਤ ਕਰਦਾ ਸੀ, ਜਿਹੜੀ ਕਿ ਉਹਨਾਂ ਦੀ ਹਰ ਜੋ ਐਕਸ਼ਨ ਉਹਨਾਂ ਨੇ 1947 ਤੋਂ ਬਾਅਦ ਲਿਆ ਹੈਗਾ ਉਸ ਦੇ ਵਿੱਚੋਂ ਸਾਫ਼ ਜ਼ਾਹਰ ਹੈ। ਜਿਹੜੇ ਚੰਦ ਕਾਹੋਲ ਵਰਗੇ ਕੁਛ ਇਹੋ ਜਿਹੇ ਲੋਕ ਸਨ, 2-4 ਜਿਹੜੇ ਕਿ ਸਿੱਖਾਂ ਨੂੰ ਨਫ਼ਰਤ ਨਹੀਂ ਸੀ ਕਰਦੇ, ਨਾ ਪੰਜਾਬੀ ਨੂੰ ਨਫ਼ਰਤ ਕਰਦੇ ਸੀ, ਪਰ ਉਹ ਕਹਿੰਦੇ ਸੀ ਕਿ ਪੰਜਾਬੀ ਸਾਡੀ ਸਾਰਿਆਂ ਦੀ ਲੈਂਗੁਏਜ ਹੈ। ਲੇਕਿਨ ਇਹਨਾਂ ਨੇ, ਕਿਉਂਕਿ ਪੰਜਾਬੀ ਇਹਨਾਂ ਨੇ 1920 ਤੋਂ ਇੱਕ ਮੁਹਿੰਮ ਚਲਾਈ ਹੋਈ ਸੀ ਕਾਂਗਰਸ ਨੇ ਕਿ ਸਾਰੇ ਜਿੰਨੇ ਵੀ ਸੂਬੇ ਹਨਗੇ ਹਿੰਦੁਸਤਾਨ ਦੇ, ਉਹਨਾਂ ਨੂੰ ਬੋਲੀ ਦੇ ਆਧਾਰ ਦੇ ਉੱਤੇ ਦੁਬਾਰੇ ਵਿਉਂਤਬੰਦੀ ਕੀਤੀ ਜਾਏਗੀ, ਇਹਨਾਂ ਨੂੰ ਦੁਬਾਰੇ ਬਣਤਰ ਬਣਾਈ ਜਾਏਗੀ। ਤਾਂ ਉਹ ਪੰਜਾਬੀ ਸੂਬਾ ਨਹੀਂ ਸੀ ਬਣ ਦੇਣਾ ਚਾਹੁੰਦੇ, ਇਸ ਕਰਕੇ ਇਹਨਾਂ ਨੇ ਪੰਜਾਬੀ ਦੇ ਵਿਰੁੱਧ ਮੁਹਿੰਮ ਆਰੰਭ ਕਰ ਦਿੱਤੀ। ਔਰ ਇਸ ਦੇ ਵਿੱਚ ਇਹਨਾਂ ਨੇ ਮਹਾਂ ਪੰਜਾਬ ਦਾ ਇੱਕ ਸੰਕਲਪ ਲਿਆਂਦਾ ਵੀ ਇਹ ਜੀ ਪੰਜਾਬ ਛੋਟਾ ਹੈ, ਹੋ ਗਿਆ ਪੰਜਾਬ, ਉਧਰ ਪਾਕਿਸਤਾਨ ਚਲਾ ਗਿਆ ਇਹਨਾਂ, ਤੇ ਮਹਾਂ ਪੰਜਾਬ ਬਣਾਓ, ਇਹਦੇ ਵਿੱਚ ਯੂਪੀ ਦੇ ਆਹ ਏਰੀਆ ਪਾ ਦਿਓ, ਆਹ ਕਰ ਦਿਓ, ਉਹ ਕਰ ਦਿਓ। ਔਰ ਉਸ ਮੁਹਿੰਮ ਦੇ ਵਿੱਚ ਇਹਨਾਂ ਨੇ ਇੰਨੀ ਨਫ਼ਰਤ ਸਿੱਖਾਂ ਦੇ ਬਰਖਲਾਫ ਚਲਾਈ। 1900 ਜਦੋਂ ਬਾਅਦ ਦੇ ਵਿੱਚ ਸਿੱਖਾਂ ਨੇ ਇਹ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਤਾਂ ਉਦੋਂ ਵੀ ਇਹਨਾਂ ਦੇ ਨਾਅਰੇ ਇਸ ਕਿਸਮ ਦੇ ਹੁੰਦੇ ਸਨ, ਊੜਾ ਨਹੀਂ ਪੜेंगे, ਜੂੜੀ ਜੂੜਾ ਕਾਟ ਕरेंगे, ਔਰ ਜਿਹੜੀ ਕੱਚ ਕਿਰਪਾਨ ਭੇਜ ਦਿਓ ਪਾਕਿਸਤਾਨ, ਇਸ ਤਰ੍ਹਾਂ ਦੇ ਪ੍ਰੋਵੋਕੇਟਿਵ ਨਾਅਰੇ ਲਾਉਂਦੇ ਸਨ। ਹੁਣ ਇਹ ਮਾਨਸਿਕਤਾ ਕੀ ਸੀ? ਮਾਨਸਿਕਤਾ ਇਹ ਸੀਗੀ ਕਿ ਜਿਸ ਵੇਲੇ ਤਾਂ ਇਹਨਾਂ ਨੂੰ ਲੋੜ ਸੀ ਉਸ ਵੇਲੇ ਤਾਂ ਇਹਨਾਂ ਨੇ ਇਹ ਕੀਤਾ ਕਿ ਜੀ ਪਾਕਿਸਤਾਨ ਨੂੰ ਕਮਜ਼ੋਰ ਕਰਨ ਵਾਸਤੇ ਸਿੱਖਾਂ ਦੇ ਦਾ ਨਾਂ ਲੈ ਕੇ ਉਸ ਦੇ ਵਿੱਚੋਂ ਇੱਕ ਸੂਬਾ ਕੱਢ ਲਿਆ। ਜਦੋਂ ਇਹਨਾਂ ਨੂੰ ਇਹ ਪੱਕਾ ਹੋ ਗਿਆ ਕਿ ਹੁਣ ਪਾਕਿਸਤਾਨ ਦਾ ਕੋਈ ਮਸਲਾ ਨਹੀਂ ਰਿਹਾ ਤਾਂ ਫਿਰ ਇਹਨਾਂ ਨੇ ਕਿਹਾ ਕਿ ਹੁਣ ਸਿੱਖਾਂ ਨੂੰ ਦਬਾਉਣਾ ਚਾਹੀਦਾ, ਕਿਉਂਕਿ ਹਿੰਦੂ ਮਾਨਸਿਕਤਾ ਇਸ ਤਰ੍ਹਾਂ ਦੀ ਬਣ ਗਈ ਸੀ ਕਿ ਜੇ ਅਸੀਂ ਇੱਕ ਹਿੰਦੁਸਤਾਨ ਦੇ ਵਿੱਚ ਆਜ਼ਾਦ ਹਾਂ ਤਾਂ ਸਾਨੂੰ ਹਰ ਸਟੇਟ ਦੇ ਵਿੱਚ ਰਾਜ ਕਰਨਾ ਚਾਹੀਦਾ, ਚਾਹੇ ਉੱਥੇ ਮੈਜੋਰਿਟੀ ਕਿਸੇ ਦੀ ਹੋਵੇ। ਕੇਰਲਾ ਦੇ ਵਿੱਚ ਟ੍ਰੈਵਨਕੋਰ ਕਚੀਨ ਦੇ ਵਿੱਚ ਇਹਨਾਂ ਦੀ ਮੈਜੋਰਿਟੀ ਨਹੀਂ ਸੀ, ਹਿੰਦੂ ਮੈਜੋਰਿਟੀ ਨਹੀਂ ਸੀ, ਤਾਂ ਉੱਥੇ ਇਹਨਾਂ ਨੇ ਸਰਕਾਰ, ਕਮਿਊਨਿਸਟ ਸਰਕਾਰ ਬਣੀ ਔਰ ਕਮਿਊਨਿਸਟ ਸਰਕਾਰ ਨੂੰ ਇਹਨਾਂ ਨੇ ਡਿਸਮਿਸ ਕਰਤਾ। ਪੈਪਸੂ ਦੇ ਵਿੱਚ ਹਿੰਦੂ ਮੈਜੋਰਿਟੀ ਨਹੀਂ ਸੀ, ਸਿੱਖ ਮੈਜੋਰਿਟੀ ਸੀ। ਉੱਥੇ 51 ਮੈਂਬਰ ਸਨ ਇਸ ਦੇ ਵਿਧਾਨ ਸਭਾ ਦੇ, ਜਾਂ ਜੋ ਵੀ ਉਸ ਵੇਲੇ ਕਹਿੰਦੇ ਸਨ ਉਸ ਨੂੰ, ਲੈਜਿਸਲੇਟਿਵ ਅਸੈਂਬਲੀ ਦੇ। ਉਹਨਾਂ ਦੇ ਵਿੱਚੋਂ 27 ਗਿਆਨ ਸਿੰਘ ਰਾੜੇ ਵਾਲੇ ਨੂੰ ਸਪੋਰਟ ਕਰਦੇ ਸਨ ਤੇ ਅਕਾਲੀ ਸਰਕਾਰ ਉੱਥੇ ਬਣੀ। ਇਹ ਉਹ ਬਰਦਾਸ਼ਤ ਨਹੀਂ ਕਰ ਸਕੇ, ਇਹਨਾਂ ਨੇ ਉਸ ਸਰਕਾਰ ਨੂੰ ਡਿਸਮਿਸ ਕਰਤਾ ਔਰ ਉਹ ਕਰਵਾ ਕੇ ਤੇ ਬ੍ਰਿਸ਼ਭਾਨ ਦੀ ਸਰਕਾਰ ਮੈਨੂਵਰਸ ਕਰਕੇ ਕਈ ਤਰ੍ਹਾਂ ਦੇ ਉਹ ਹੋਂਦ ਦੇ ਵਿੱਚ ਲਿਆਂਦੀ। ਉਹਨਾਂ ਦਿਨਾਂ ਦੇ ਵਿੱਚ ਡਾਕਟਰ ਅੰਬੇਡਕਰ ਨੂੰ ਕਿਸੇ ਨੇ ਰਾਜ ਸਭਾ ਦੇ ਵਿੱਚ ਉਹਨਾਂ ਨੇ ਇੱਕ ਬਿਆਨ ਦਿੱਤਾ 2 ਸਤੰਬਰ 1953 ਨੂੰ, ਔਰ ਉਹ ਕਹਿਣ ਲੱਗੇ the constitution has become a useless scrap of paper fit for the dustbin।
ਇੱਕ ਕੂੜੇਦਾਨ ਦੇ ਵਿੱਚ ਸਿੱਟਣ ਜੋਗੀ ਇੱਕ ਬੇਕਾਰ ਦੀ ਇੱਕ ਕਾਗਜ਼ ਦਾ ਟੁਕੜਾ ਬਣ ਗਿਆ। ਇਹ ਡਾਕਟਰ ਅੰਬੇਡਕਰ ਦਾ ਵਿਚਾਰ ਸੀ। ਔਰ ਕਿਉਂ ਕਿਹਾ ਉਹਨਾਂ ਨੇ ਰਾਜ ਸਭਾ ਦੇ ਵਿੱਚ ਸਟੇਟਮੈਂਟ ਕਿਉਂ ਦਿੱਤਾ, ਇਸ ਲਈ ਐਲੈਬੋਰੇਸ਼ਨ ਕੀਤੀ ਜਾਂਦੀ ਹੈ। ਉਹ ਕਹਿੰਦਾ ਹੈ ਕਿ ਇਟ ਇਜ਼ ਸਟ੍ਰੇਂਜ that the Hindu Congress Party ignores the injured minorities as communal, whereas they raise a cry against the aggressive communalism of the Hindu-dominated Congress at the center. ਉਹ ਕਹਿੰਦਾ ਵੀ ਇਹ ਜਿਹੜੇ ਮਾਈਨੋਰਿਟੀਜ਼ ਹੋਣਗੀਆਂ, ਇਹ ਜਿਹੜੀ ਹਿੰਦੂ ਕਮਿਊਨਲਿਜ਼ਮ ਸੈਂਟਰ ਦੀ ਸਰਕਾਰ ਨੂੰ ਡੋਮੀਨੇਟ ਦੇ ਵਿੱਚ ਪ੍ਰਧਾਨ ਹੈ, ਇਸ ਦੀ ਸੁਰ ਪ੍ਰਧਾਨ ਹੈ, ਉਸ ਦੇ ਬਰਖਲਾਫ ਸਟਰਗਲ ਕਰਦੇ ਆ, ਤਾਂ ਮਾਈਨੋਰਿਟੀਜ਼ ਨੂੰ ਕਮਿਊਨਲ ਕਿਹਾ ਜਾਂਦਾ। ਫਿਰ ਗਿਆਨੀ ਕਰਤਾਰ ਸਿੰਘ ਨੇ ਬੜੇ ਹਿੰਮਤ ਕਰਕੇ ਤੇ ਇੱਥੇ ਪੰਜਾਬ ਦੇ ਵਿੱਚ ਇੰਟਰਵੀਨ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸਾਰੇ ਲੋਕਾਂ ਕੋਲੋਂ ਸਾਈਨ ਵਗੈਰਾ ਕਰਵਾ ਕੇ ਤੇ ਪੰਜਾਬੀ ਸੂਬੇ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੇ ਸਾਰੇ ਪੰਜਾਬ ਦੇ MLAs ਕੋਲੋਂ ਸਾਈਨ ਕਰਵਾਏ ਕਿ ਜੀ ਪੰਜਾਬ ਦਾ ਮਸਲਾ ਹੱਲ ਕੀਤਾ ਜਾਵੇ, ਸਿੱਖਾਂ ਦੇ ਬਣਦੇ ਹੱਕ ਦਿੱਤੇ ਜਾਣ। ਉਸ ਦੇ ਵਿੱਚ ਸਿਰਫ ਪ੍ਰਤਾਪ ਸਿੰਘ ਕੈਰੋਂ ਨੇ ਦਸਤਖਤ ਨਹੀਂ ਕੀਤੇ, ਬਾਕੀ ਸਾਰੇ ਹਿੰਦੂ ਸਿੱਖ ਮੈਂਬਰ ਸਾਰਿਆਂ ਨੇ ਕੀਤੇ। ਲੇਕਿਨ ਉਹ ਪ੍ਰਤਾਪ ਸਿੰਘ ਕੈਰੋਂ ਨੂੰ ਤੁਸੀਂ ਦੇਖੋ ਬਾਅਦ ਦੇ ਵਿੱਚ ਚੀਫ ਮਿਨਿਸਟਰ ਬਣਾ ਦਿੱਤਾ ਗਿਆ ਪੰਜਾਬ ਦਾ। ਯਾਨੀ ਕਿ ਇਹ ਜਿਹੜੀ ਨਫ਼ਰਤ ਸੀ ਹਰ ਦਿਲ ਦੇ ਵਿੱਚ ਸੀ। ਨਹਿਰੂ ਨੇ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਸੱਚ ਬੋਲਿਆ ਸੀ ਔਰ ਉਸਨੇ ਕਿਹਾ ਕਿ ਜਿਹੜੇ ਇਹ ਇੱਥੇ ਕਮਿਊਨਲਿਜ਼ਮ ਹੈ ਸਾਰੀ, ਇਹ ਹਿੰਦੂਆਂ ਦੇ ਕਾਰਨ ਹੈ, ਜਿਹੜੇ ਇੱਥੋਂ ਦੇ ਹਿੰਦੂ ਹੋਣਗੇ ਇਹਨਾਂ ਦਾ। ਹੁਣ ਉਹ ਕਹਿੰਦਾ ਹੈਗਾ ਕਿ ਪੰਜਾਬ ਕਮਿਊਨਲਾਈਜੇਸ਼ਨ ਇਜ਼ ਕ੍ਰੀਏਟਡ ਬਾਈ ਦਾ ਹਿੰਦੂਜ਼। ਇਹ 20 ਮਾਰਚ 1955 ਨੂੰ ਉਸਨੇ ਇਹ ਸਟੇਟਮੈਂਟ ਦਿੱਤਾ ਸੀ। ਇਹ ਸੱਚਾ ਸੀ, ਲੇਕਿਨ ਉਹ ਆਪਣੇ ਆਪ ਵੀ ਇਸ ਦਾ ਸ਼ਿਕਾਰ ਸੀ ਔਰ ਇਹੀ ਕੁਝ ਚਾਹੁੰਦਾ ਸੀ। ਸਿਰਫ ਰਿਕਾਰਡ ਦੇ ਵਾਸਤੇ ਉਸਨੇ ਸਟੇਟਮੈਂਟ ਦਿੱਤਾ ਸੀ, ਕਿਉਂਕਿ ਜਿਸ ਵੇਲੇ ਇਹ 1955 ਦੇ ਵਿੱਚ ਹੀ ਇੱਥੇ ਆਉਂਦਾ ਹੈ, ਰਾਜਪੁਰੇ ਆਉਂਦਾ ਹੈ, ਤਾਂ ਉੱਥੇ ਸਟੇਟਮੈਂਟ ਦਿੰਦਾ ਹੈ ਕਿ ਮੈਂ ਹੁਣ ਹੋਰ ਪਾਕਿਸਤਾਨ ਨਹੀਂ ਬਣਨ ਦਿਆਂਗਾ। ਹੁਣ ਇਸ ਤੋਂ ਪਹਿਲਾਂ ਕੌਂਸਟੀਟਿਊਂਟ ਅਸੈਂਬਲੀ ਦੇ ਵਿੱਚ ਵੀ ਇਹ ਡਿਸਕਸ਼ਨਸ ਹੋਏ ਔਰ ਜਦੋਂ ਉਹ ਲੋਕ ਕਹਿੰਦੇ ਸਨ ਕਿ ਪੰਜਾਬੀ ਸੂਬਾ ਬਣਾ ਦਿਓ, ਜਿਹੜਾ ਤੁਹਾਡੀ 1920 ਤੋਂ ਤੁਹਾਡੀ ਇਹ ਪਾਲਿਸੀ ਰਹੀ ਹੈ ਕਾਂਗਰਸ ਦੀ, ਤਾਂ ਇਹ ਕਹਿੰਦੇ ਸਨ ਕਿ ਤੁਸੀਂ ਖਾਲਿਸਤਾਨ ਮੰਗਦੇ ਹੋ, ਤੁਸੀਂ ਸਿੱਖਸਤਾਨ ਮੰਗਦੇ ਹੋ। ਇਹ ਜਿਹੜੀ ਸੀ ਨਾ, ਇਸ ਤਰ੍ਹਾਂ ਨਾਲ ਇਹ ਲਫ਼ਜ਼ ਖਾਲਿਸਤਾਨ ਦਾ ਤੇ ਸਿੱਖਸਤਾਨ ਦਾ ਤੇ ਹੋਂਦ ਦੇ ਵਿੱਚ ਆਇਆ। ਇਹ ਕਹਿੰਦੇ ਆ ਕਿ ਜਿਸ ਵੇਲੇ ਰੀਜਨਲ ਫਾਰਮੂਲਾ ਅਡਾਪਟ ਕੀਤਾ ਤਾਂ ਪੰਜਾਬ ਨੇ ਕਿ ਇਸ ਰੀਜਨ ਦੇ ਵਿੱਚ ਪੰਜਾਬੀ ਪੜ੍ਹੀ ਜਾਏਗੀ, ਇਸ ਰੀਜਨ ਦੇ ਵਿੱਚ ਹਿੰਦੀ ਡੋਮੀਨੇਟ ਕਰੇਗੀ, ਇਸ ਤਰ੍ਹਾਂ ਦਾ ਫਾਰਮੂਲਾ ਬਣਾਇਆ ਸੀ, ਬੜਾ ਅੱਛਾ ਸੀ। ਲੇਕਿਨ ਇਹਨਾਂ ਦਾ ਹਿੰਦੂਆਂ ਦਾ ਇਹਦਾ ਰਿਐਕਸ਼ਨ ਸੀ ਕਿ ਰੀਜਨਲ ਫਾਰਮੂਲੇ ਦਾ ਅਰਥ ਹੈ ਸਿੱਖਸਤਾਨ ਤੇ ਪੰਜਾਬੀ ਸੂਬੇ ਦਾ ਅਰਥ ਹੈ ਖਾਲਿਸਤਾਨ। ਹੁਣ ਤੁਸੀਂ ਦੇਖ ਲਓ ਪੰਜਾਬੀ ਸੂਬਾ ਬਣੇ ਨੂੰ ਕਿੰਨੇ ਸਾਲ ਹੋ ਗਏ, ਕੀ ਖਾਲਿਸਤਾਨ ਹੈ ਇਹਦੇ ਵਿੱਚ। ਸੋ ਇਹ ਜਿਹੜਾ ਸੀਗਾ ਜੀ, ਇਸ ਤਰ੍ਹਾਂ ਨਾਲ ਇਹਨਾਂ ਨੇ ਇੱਕ ਬਹੁਤ ਭੈੜੀ ਮੁਹਿੰਮ ਸਿੱਖਾਂ ਦੇ ਬਰਖਲਾਫ ਸ਼ੁਰੂ ਕੀਤੀ। ਔਰ ਲਾਲ ਚੰਦ ਸੱਭਰਵਾਲ ਇੱਕ ਹੁੰਦਾ ਸੀਗਾ, ਉਹ ਕਹਿੰਦਾ ਜੇ ਪੰਜਾਬੀ ਲਾਗੂ ਕੀਤੀ ਗਈ ਤਾਂ ਗਲੀਆਂ ਬਾਜ਼ਾਰਾਂ ਦੇ ਵਿੱਚ ਲੜਾਈ ਹੋਏਗੀ। ਯਾਨੀ ਇਹ ਜਿਹੜੀ ਹਿੰਦੂ ਨਫ਼ਰਤ ਔਰ ਜਿਹੜੀ ਡੋਮੀਨੇਟ ਕਰਨ ਦੀ ਮਾਈਨੋਰਿਟੀਜ਼ ਦੇ ਉੱਤੇ ਆਪਣਾ ਗਲਬਾ ਕਾਇਮ ਕਰਨ ਦੀ ਜਿਹੜੀ ਪ੍ਰਵਿਰਤੀ ਸੀ, ਇਸ ਦੇ ਵਿੱਚੋਂ ਖਾਲਿਸਤਾਨ ਦੀ ਕਨਸੈਪਟ ਪੈਦਾ ਹੋਈ ਹੈ। ਔਰ ਪੈਦਾ ਇਹਨਾਂ ਨੇ ਕੀਤੀ ਹੈ, ਉਸ ਵੇਲੇ ਕੀਤੀ ਹੈ ਜਿਸ ਵੇਲੇ ਕਿ ਤੁਸੀਂ ਨਿਹੱਥਲ ਹੋ ਗਏ ਸੀ। 1947 ਤੋਂ ਬਾਅਦ ਤੁਸੀਂ ਕੌਂਸਟੀਟਿਊਂਟ ਅਸੈਂਬਲੀ ਜੁਆਇਨ ਕਰਕੇ ਸਿੱਖ ਇਸ ਦੇ ਕਾਬਲ ਨਹੀਂ ਸੀ ਰਹੇ ਕਿ ਆਪਣੇ ਇੰਡੀਪੈਂਡੈਂਟ ਸਟੈਂਡ ਲੈ ਸਕਣ। ਉਸ ਤੋਂ ਬਾਅਦ ਇਹਨਾਂ ਨੇ ਇਹ ਖਾਲਿਸਤਾਨ ਦਾ ਲਫ਼ਜ਼ ਇਨਵੈਂਟ ਕਰਕੇ ਸਿੱਖਾਂ ਨੂੰ ਸਦਾ ਵਾਸਤੇ ਕੰਡੈਮ ਕਰਨ ਵਾਸਤੇ, ਜਿਸ ਤਰ੍ਹਾਂ ਪਾਕਿਸਤਾਨ ਮੁਸਲਮਾਨਾਂ ਨੂੰ ਕੰਡੈਮ ਕਰਨ ਵਾਸਤੇ ਵਰਤਿਆ, ਇਸ ਤਰ੍ਹਾਂ ਵਰਤਣ ਵਾਸਤੇ ਇਹ ਖਾਲਿਸਤਾਨ ਦੀ ਕਨਸੈਪਟ ਨੇ ਜਨਮ ਲਿਆ। ਜੀ ਸਰਦਾਰ ਸਾਹਿਬ, ਇੱਕ ਇੱਥੇ ਸਵਾਲ ਜਿਹੜਾ ਖੜਾ ਹੁੰਦਾ, ਜਿਵੇਂ ਤੁਸੀਂ ਵਿੱਚ ਗੱਲ ਕਰਦੇ ਹੋ ਕਿ ਹਿੰਦੂ ਧਿਰਾਂ ਜਾਂ ਕਹਿ ਲਓ ਕਿ ਜਿਨ੍ਹਾਂ ਨੇ ਇਹ ਕੀ ਏਦਾਂ ਨਹੀਂ ਲੱਗ ਸਕਦਾ ਕਿ ਜਿਹੜੀਆਂ ਸਿਆਸੀ ਧਿਰਾਂ ਸੀਗੀਆਂ ਉਹਨਾਂ ਨੇ ਇਹਨੂੰ ਹਿੰਦੂਤਵਾ ਨੂੰ ਹਵਾ ਦਿੱਤੀ। ਉਹ ਚਾਹੁੰਦੇ ਸੀ, ਉਹਨਾਂ ਨੇ ਆਪਣੀਆਂ ਜਿਹੜੀਆਂ ਸਿਆਸੀ ਆਕਾਂਖਸ਼ਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਇੱਕ ਫੇਸ ਅੱਗੇ ਲਿਆਂਦਾ, ਇੱਕ ਮੁੱਦਾ ਅੱਗੇ ਲਿਆਂਦਾ, ਜਿਹੜਾ ਅੱਜ ਬੀਜੇਪੀ ਕਿਹਾ ਜਾਂਦਾ ਹੈ ਕਿ ਬੀਜੇਪੀ ਨੇ ਉਹਨੂੰ
ਹੋਰ ਅੱਗੇ ਵਧਾ ਦਿੱਤਾ, ਭਾਵੇਂ ਉਦੋਂ ਜਨਤਾ ਪਾਰਟੀ ਹੁੰਦੀ ਸੀ, ਪਰ ਸ਼ੁਰੂਆਤ ਇਹਦੀ ਕਾਂਗਰਸ ਨੇ ਕੀਤੀ। ਮਤਲਬ ਕਿ ਹਿੰਦੂ ਦੇ ਥਾਂ ਤੇ ਕਾਂਗਰਸ ਨੇ ਉਸ ਪੱਤੇ ਨੂੰ ਵਰਤਿਆ, ਉਸ ਤੋਂ ਬਾਅਦ ਇਹ ਸਾਰਾ ਕੁਝ ਪੈਦਾ ਹੋਇਆ। ਇਹ ਬਿਲਕੁਲ ਠੀਕ ਆ ਤੁਹਾਡੀ ਗੱਲ, ਕਿਉਂਕਿ ਇਹ ਕਾਂਗਰਸ ਤੋਂ ਹੀ ਸ਼ੁਰੂ ਹੁੰਦਾ ਹੈ। ਹੁਣ ਜਦੋਂ ਕਨਸਟੀਟਿਊਂਟ ਅਸੈਂਬਲੀ ਦੇ ਵਿੱਚ ਡਿਬੇਟਸ ਹੁੰਦੀਆਂ ਤਾਂ ਉੱਥੇ ਉਹ ਗਿਆਨੀ ਕਰਤਾਰ ਸਿੰਘ ਤੇ ਜਿਹੜੇ ਸਿੱਖ ਨੁਮਾਇੰਦੇ ਹਨਗੇ, ਉਹਨਾਂ ਨੇ ਦੇਖ ਲਿਆ ਵੀ ਸਾਨੂੰ ਇਹ ਜਿਹੜੇ ਇਹਨਾਂ ਦੇ ਵਾਅਦੇ ਕੀਤੇ ਸਨ ਉਹ ਤਾਂ ਇਹਨਾਂ ਨੇ ਪੂਰੇ ਨਹੀਂ ਕਰਨੇ। ਉਹਨਾਂ ਨੇ ਕਿਹਾ ਸਾਨੂੰ ਪੰਜਾਬੀ ਸੂਬਾ ਬਣਾ ਦਿਓ, ਤਾਂ ਇਹ ਕਹਿੰਦੇ ਪੰਜਾਬੀ ਸੂਬਾ ਨਹੀਂ ਮੰਗਦੇ, ਖਾਲਿਸਤਾਨ ਮੰਗਦੇ ਆ। ਜਦੋਂ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੀ ਸਟਰਗਲ ਸ਼ੁਰੂ ਕੀਤੀ ਤਾਂ ਉਸ ਵੇਲੇ ਵੀ ਇਹਨਾਂ ਦਾ ਇਹੀ ਐਟੀਟਿਊਡ ਸੀ ਕਿ ਇਹ ਕਹਿੰਦਾ ਪੰਜਾਬੀ ਸੂਬਾ ਲੇਕਿਨ ਮੰਗਦਾ ਖਾਲਿਸਤਾਨ ਹੈ। ਅੰਦਰੋਂ ਅੰਦਰੀ ਇਹ ਖਾਲਿਸਤਾਨ ਮੰਗਦੇ ਆ। ਉਹ ਮਾਸਟਰ ਜੀ ਕਹਿੰਦੇ ਵੀ ਮੇਰੇ ਅੰਦਰੋਂ ਅੰਦਰੀ ਜੋ ਹੈ ਉਹਨੂੰ ਰਹਿਣ ਦਿਓ, ਤੁਸੀਂ ਜਿਹੜਾ ਬਾਹਰੋਂ ਬਾਹਰ ਮੈਂ ਮੰਗ ਰਿਹਾ ਤੁਸੀਂ ਉਹੀ ਦੇ ਦਿਓ ਮੈਨੂੰ। ਲੇਕਿਨ ਇਹ ਜਿਹੜੀ ਸੀ ਨਾ ਭਾਵਨਾ ਕਿ ਅਸੀਂ ਡੋਮੀਨੇਟ ਕਰਨਾ ਹੈ, ਉਹ ਡੈਮੋਕ੍ਰੇਸੀ ਦਾ ਮਤਲਬ ਉਹ ਇਹ ਸਮਝਦੇ ਸੀ ਵੀ ਜੇ ਹਿੰਦੁਸਤਾਨ ਦੇ ਵਿੱਚ ਸਾਡੀ ਮੈਜੋਰਿਟੀ ਹੈ ਤਾਂ ਅਸੀਂ ਹਰ ਹਿੰਦੁਸਤਾਨ ਦੇ ਖਿੱਤੇ ਦੇ ਵਿੱਚ, ਜਿਵੇਂ ਜੇ ਨਾਗਾਲੈਂਡ 'ਚ ਹੈ ਨਹੀਂ ਤਾਂ ਉੱਥੇ ਵੀ ਡੋਮੀਨੇਟ ਕਰਨਾ, ਉੱਥੇ ਵੀ ਸਾਡੀ ਸਰਕਾਰ ਚਾਹੀਦੀ ਹੈ ਜਿਵੇਂ ਅੱਜ ਦੇ ਹਾਕਮਾਂ ਦੀ ਰੌਂ ਹੈ। ਜੇ ਪੰਜਾਬ ਦੇ ਵਿੱਚ ਸਾਡੀ ਮੈਜੋਰਿਟੀ ਨਹੀਂ ਤਾਂ ਇੱਥੇ ਵੀ ਸਾਡੀ ਸਰਕਾਰ ਚਾਹੀਦੀ ਹੈ। ਜੇ ਕੇਰਲਾ ਦੇ ਵਿੱਚ ਜਾਂ ਟ੍ਰੈਵਨਕੋਰ ਕੋਚੀਨ ਦੇ ਵਿੱਚ ਸਾਡੀ ਮੈਜੋਰਿਟੀ ਨਹੀਂ ਤਾਂ ਉੱਥੇ ਵੀ ਸਾਡੀ ਸਰਕਾਰ ਚਾਹੀਦੀ ਹੈ। ਹਿੰਦੂ ਰਾਜ ਚਾਹੀਦਾ। ਇਹ ਇਹਨਾਂ ਦੇ ਮਨਾਂ ਦੇ ਵਿੱਚ ਉਸ ਵੇਲੇ ਤੋਂ ਸੀ ਜਦੋਂ ਇਹਨਾਂ ਨੇ ਪਾਕਿਸਤਾਨ ਬਣਾਉਣ ਦੀ ਸਲਾਹ ਕੀਤੀ ਹੈ ਔਰ ਇਸ ਦਾ ਮਤਾ ਪਕਾ ਲਿਆ ਆਪਣੇ ਮਨਾਂ ਦੇ ਵਿੱਚ। ਇਹ 2-3 ਕਿਤਾਬਾਂ ਤੋਂ, ਸੀਰਵਾਈ ਦੀ ਕਿਤਾਬ ਤੋਂ, ਆਪਣੇ ਮੌਲਾਨਾ ਆਜ਼ਾਦ ਜਿਹੜੇ ਹੁੰਦੇ ਸੀ ਉਹਨਾਂ ਨੇ ਆਪਣੀ ਕਿਤਾਬ ਲਿਖੀ ਸੀ, ਔਰ 2-3 ਜਗ੍ਹਾ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ 1945 ਤੋਂ ਬਹੁਤ ਪਹਿਲਾਂ ਇਹ ਮਤਾ ਬਣ ਚੁੱਕਿਆ ਸੀ ਕਾਂਗਰਸ ਦੇ ਵਿੱਚ ਕਿ ਇਹਨਾਂ ਨੂੰ ਮੁਸਲਮਾਨਾਂ ਨੂੰ ਇੱਥੋਂ ਬਾਹਰ ਕੱਢੋ। ਬਾਦਸ਼ਾਹ ਖਾਨ ਜਿਹੜਾ ਕਿ ਬਹੁਤ ਵੱਡਾ ਕਾਂਗਰਸ ਦਾ ਸਪੋਰਟਰ ਸੀ, ਲਾਲ ਕੁੜਤੀ ਉਹਦੇ ਲੋਕ ਉੱਥੇ ਪਠਾਨ ਸਨ, ਉਸਨੇ ਇੱਥੇ ਬਾਅਦ ਦੇ ਵਿੱਚ 1960-62 ਦੇ ਵਿੱਚ ਜਾਂ ਬਾਅਦ ਦੇ ਵਿੱਚ ਇੱਥੇ ਆਇਆ ਹਿੰਦੁਸਤਾਨ, ਤੇ ਉਸਨੇ ਕਿਹਾ ਕਿ ਇਹਨਾਂ ਨੇ ਸਾਡੇ ਨਾਲ, ਉਹ ਕਾਂਗਰਸੀਆਂ ਨੂੰ ਗਾਲਾਂ ਕੱਢ ਕੇ ਉਸਨੇ ਕਿਹਾ ਕਿ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ, ਸਾਨੂੰ ਬਘਿਆੜਾਂ ਦੇ ਸਾਹਮਣੇ ਸਿੱਟਤਾ। ਉਹ ਨਹੀਂ ਸੀ ਚਾਹੁੰਦੇ ਪਾਕਿਸਤਾਨ ਜਾਣਾ, ਔਰ ਉਹਦਾ ਆਪਣੇ ਨਾਲ ਜੁੜਦਾ ਸੀ, ਬਾਰਡਰ ਪਖਤੂਨਿਸਤਾਨ ਦਾ ਆਪਣੇ ਨਾਲ ਜੁੜਦਾ ਸੀ, ਉਹਨੂੰ ਸਹਿਜੇ ਹਿੰਦੁਸਤਾਨ 'ਚ ਰੱਖਿਆ ਜਾ ਸਕਦਾ ਸੀ, ਲੇਕਿਨ ਇਹਨਾਂ ਨੇ ਉਹਨਾਂ ਨੂੰ ਕੱਢਤਾ। ਯਾਨੀ ਕਿ ਇਹ ਮੁਸਲਮਾਨਾਂ ਨੂੰ ਕੱਢਣਾ ਚਾਹੁੰਦੇ ਸਨ, ਔਰ ਇਸ ਕਰਕੇ ਇਹ ਚਾਹੁੰਦੇ ਸਨ ਕਿ ਜਿਹੜੇ ਇਹ ਸਿੱਖ ਹੈਗੇ ਇਹ ਕੁਛ ਥੋੜੀ ਜਿਹੀ ਬਗਾਵਤ ਦਾ ਮਾਦਾ ਰੱਖਦੇ, ਇਹਨਾਂ ਨੂੰ ਵੀ ਨਾਲ ਦੀ ਨਾਲ ਦਬਾ ਦਿੱਤਾ ਜਾਏ ਤਾਂ ਕਿ ਕਦੇ ਵੀ ਇਹ ਬੋਲ ਨਾ ਸਕਣ। ਇਹ ਕਾਂਗਰਸ ਦੀ ਵੀ ਪਾਲਿਸੀ ਸੀ। ਉਸ ਤੋਂ ਬਾਅਦ ਦੀਆਂ ਜਿੰਨੀਆਂ ਸਰਕਾਰਾਂ ਆਈਆਂ ਨੇ, ਮੁਰਾਰਜੀ ਦੇਸਾਈ ਦੀ ਵੀ ਇਹੀ ਪਾਲਿਸੀ ਸੀ, ਔਰ ਉਸ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰੀਆਂ ਦੀ ਇਹੀ ਪਾਲਿਸੀ ਰਹੀ ਹੈ। ਬਿਲਕੁਲ, ਆਪਾਂ ਇਹੀ ਕਹਿ ਸਕਦੇ ਹਾਂ ਕਿ ਫਿਰਕਿਆਂ ਨੂੰ, ਭਾਈਚਾਰਿਆਂ ਨੂੰ ਆਪਸ ਦੇ ਵਿੱਚ ਤੋੜ ਕੇ ਇਹਨਾਂ ਨੇ ਆਪਣੀਆਂ ਸਿਆਸੀ ਬਾਲੀਆਂ ਤੇ ਉਹਦਾ ਨਤੀਜਾ ਅੱਜ ਭੁਗਤਣਾ ਪੈ ਰਿਹਾ। ਜੇ ਮੈਂ ਸਰਦਾਰ ਸਾਹਿਬ ਅੱਜ ਦੇ ਸਮੇਂ ਦੇ ਵਿੱਚ ਆਵਾਂ ਕਿ ਹੁਣ ਜੋ ਕੁਝ ਪਟਿਆਲਾ ਵਾਪਰ ਰਿਹਾ, ਇੱਕ ਪਾਸੇ ਤਸਵੀਰਾਂ ਲੋਕਾਂ ਨੇ ਦੇਖੀਆਂ ਕਿ ਦੋ ਧਿਰਾਂ ਆਪਸ ਦੇ ਵਿੱਚ ਆਮੋ ਸਾਹਮਣੇ ਹੁੰਦੀਆਂ, ਦੂਜੀਆਂ ਉਹ ਤਸਵੀਰਾਂ ਜਿੱਥੇ ਭਾਈਚਾਰਕ ਸਾਂਝ ਵੀ ਨਜ਼ਰ ਆਉਂਦੀ ਹੈ। ਜਾ ਕੇ ਸਿੱਖ ਪਰਿਵਾਰ ਉਹਨਾਂ ਨੂੰ ਪਾਣੀ ਪਿਲਾਉਂਦੇ ਨੇ, ਉਹਨਾਂ ਨੂੰ ਹੋਰ ਉਹਨਾਂ ਦੇ ਨਾਲ ਰਲ ਕੇ ਲੰਗਰ ਪਾਣੀ ਦੀ ਸੇਵਾ ਚੱਲਦੀ ਹੈ, ਹਿੰਦੂ ਪਰਿਵਾਰ ਉੱਥੇ ਇਕੱਠੇ ਹੁੰਦੇ ਨੇ। ਇਹ ਦੋ ਤਸਵੀਰਾਂ ਅੱਜ ਦੇ ਸਮੇਂ ਦੇ ਵਿੱਚ ਖਾਲਿਸਤਾਨ ਦੀ ਪਰਿਭਾਸ਼ਾ ਕੀ ਹੈ, ਕੀ ਲੋੜ ਹੈ? ਜਦੋਂ ਇੱਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਸਿੱਖਾਂ ਨਾਲ, ਸਿੱਖਾਂ ਦੇ ਵਫਦ ਦੇ ਨਾਲ ਜਾਂ ਪੰਜਾਬੀ NRI ਪੰਜਾਬੀ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਸਿੱਖਾਂ ਦੇ ਮਸਲੇ ਹੱਲ ਕਰਨ ਦੀ ਗੱਲ ਕਰਦੇ ਨੇ, ਜਦੋਂ ਇੱਕ ਪਾਸੇ ਕੇਜਰੀਵਾਲ ਸਾਹਿਬ ਪੰਜਾਬ 'ਚ ਸ਼ਾਂਤੀ ਮਾਰਚ ਕਰਦੇ ਨੇ, ਇਹ ਸਭ ਦੇ ਵਿਚਾਲੇ ਜਦੋਂ ਬਾਕੀ ਸਾਰੀਆਂ ਧਿਰਾਂ, ਅਕਾਲੀ ਦਲ ਆਪਣੇ ਪਾਸੇ ਲੱਗਿਆ, ਕਾਂਗਰਸ ਆਪਣੇ ਪਾਸੇ ਆ, ਪਰ ਏਦਾਂ ਲੱਗਦਾ ਕਿ ਅੱਜ ਵੀ ਉਹ ਜਿਹੜੀ ਹੈ ਮਤਲਬ ਕਿ ਅੱਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੂੰ, ਕਿ ਹੋਰ ਭਾਂਬੜ ਬਣੇ। ਬਿਲਕੁਲ ਠੀਕ ਹੈ ਤੁਹਾਡੀ ਅਸੈਸਮੈਂਟ, ਔਰ ਇਹੋ ਹੀ ਇਹਨੂੰ ਦੇਖਣ ਤੋਂ ਬਣਦਾ ਹੈ। ਦੇਖੋ ਜਿਹੜਾ ਸਿੱਖ ਹੈ ਜਾਂ ਖਾਲਸਾ ਹੈ, ਸਾਡਾ ਅਸੀਂ ਖਾਲਸਾ ਰਾਜ ਬਣਾਇਆ ਸੀ। ਖਾਲਸਾ ਰਾਜ ਇੱਕ ਰਿਪਬਲਿਕ ਸੀ, ਸਾਰੇ ਲੋਕਾਂ ਦੀ ਸਾਂਝੀ ਰਿਪਬਲਿਕ ਸੀ। ਇਹ ਜਿਹੜਾ ਰਿਪਬਲਿਕ ਬਣਾਉਣ ਦਾ ਸ਼ੁਰੂਆਤ ਹੋਈ ਹੈ ਅੱਜ ਦੇ ਜ਼ਮਾਨੇ ਦੇ ਵਿੱਚ, ਆਧੁਨਿਕ ਯੁੱਗ ਦੇ ਵਿੱਚ, ਉਹ ਬੰਦਾ ਬਹਾਦਰ ਤੋਂ ਸ਼ੁਰੂ ਹੋਈ ਹੈ। ਉਸ ਦੇ ਵਿੱਚ ਸਾਰੇ ਸਾਂਝੀਦਾਰ ਸਨ। 5000 ਮੁਸਲਮਾਨ ਉਸ ਦੀ ਫੌਜ ਦੇ ਵਿੱਚ ਸਨ, ਔਰ ਉਹ ਸਵੇਰੇ ਸ਼ਾਮ ਆਪਣੀ ਰੈਗੂਲਰ 5 ਨਮਾਜ਼ਾਂ ਪੜ੍ਹਦੇ ਸਨ। ਇਹ ਸਾਰਾ ਕੁਛ ਇਹਨਾਂ ਸਿੱਖਾਂ ਦੇ ਵਿੱਚ ਇਸ ਕਿਸਮ ਦੀ ਭਾਵਨਾ ਨਹੀਂ ਹੋ ਸਕਦੀ, ਕਿਉਂਕਿ ਸਾਡਾ ਜਿਹੜਾ ਧਰਮ ਹੈ ਉਹ ਕਹਿੰਦਾ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜੀਓ।
परमात्मा की नज़र दे विच सारे भरा हनगे और कोई बाहरला या दूसरा नहीं है। वो दूई दी कॉन्सैप्ट नूं एक्सैप्ट नहीं करते। लेकिन इन्हां दा साडा यही फर्ज है। अमृतसर दे विच राइट्स होईयां 1920 ਦੀ तकरीबन गल है, तो सारे सिखां ने राइट्स होईयां मुसलमानां ते हिंदुआं दीयां। सारे सिखां ने रल के उत्थे हालांकि गुरुद्वारा मूवमेंट चल रही सी और गुरु के बाग का मोर्चा भी उस वेले लगन वाला सी, लेकिन फिर भी इन्हां ने एडमिनिस्ट्रेशन की हेल्प की और उत्थे राइट्स बंद करवाइयां। दोनों पासियां नूं रोकिया और अपने आप उत्थे टाउन हॉल दे विच बुला के, क्योंकि उस वेले एडमिनिस्ट्रेशन कोले इन्नी पुलिस नहीं सी। बंगाल दे विच राइट्स होण लगियां तां उत्थे भी मुसलमानां ते हिंदुआं दीयां राइट्स सन। उत्थे सिख टैक्सी वाले ज़्यादा हुंदे सन उस वेले। उन्हां ने सारियां ने बिना किसी भेदभाव दे जे हिंदू नूं देखिया भी मुश्किल दे विच तां ओहदी मदद कीती, सिख नूं मुसलमान नूं देखिया मुश्किल दे विच तां ओहदी मदद कीती। साडा धर्म होर कुछ सिखाउंदा सानूं। ਇਹ ਜਿਹੜੇ पता नहीं कित्थों ਇਹ नफरत इन्हां दे विच इन्नी भरी हुई है कि ये अपनिਆਂ ਨੂੰ भी स्पेयर नहीं कर सकते। देखो 500 सालों के सिख इतिहास के विच कोई थानू इस तरह का इंसिडेंट नहीं मिलता कि जिथे सिखां ने हिंदुआं के बरखिलाफ कोई किसी किस्म का गलत रवैया अख्तियार किया होवे। लेकिन ये फिर भी सिखां नू ये भंड के खालिस्तान चाहुंदे ने ते इस तरह दी गल्लां करके इन्हां नू दबा के रखना चाहुंदे ने और यही कुछ सारा चल रहा है साडे नाल। इसका की अंत होएगा ये पता नहीं, लेकिन दरबार साहब दे विच सिगरटां दे सरोवर दे विच सिगरटां सुट्टण तक के गए। हुण तुसीं देख रहे हो कि जिहड़ा अज दा तुसीं इंसीडेंट देख रहे हो, इहदे विच आपां नूं अपना रोल सिखां दा रोल ठीक है और चाहिए। सिखां नूं इस तरह ही करना चाहिए सीगा, क्योंकि उस गुरु दे सिख है जो किसी दे नाल वितकरा नहीं करता, किसी नूं नीवां नहीं जानदा, किसी नूं दूसरा नहीं जानदा। ते जिहड़ा इन्हां दा एक रोल है, तुसीं कोई खालिस्तान दी मूवमेंट नहीं चल रही, कोई खालिस्तान दा नां नहीं ले रहा, कोई खालिस्तान दे नाल कोई इत्थे प्रचार नहीं चल रहा। ते जे कोई गल करनी भी है तो सुप्रीम कोर्ट कहंदा तुसीं कर सकदे हो, इह च की इतराज है? इन्हां नूं किस चीज़ का इतराज है? सो ये जिहड़ा हैगा जी जो इत्थे चल रहा है, ये इन्हां दे विच ये सिर्फ एक सियासत के तौर के उत्ते सारे हिंदुस्तान के उत्ते अपना गलबा कायम रखना चाहते हैं। हुण देखो तुसीं बई साडी पॉलिसी की है। भाई संतोख सिंह कहते हैं गुरु गोबिंद सिंह के बारे गल करते हुए कि जी जे गुरु गोबिंद सिंह ना हुंदे तां ये देवी देव देहरे दूर होते। संतोख सिंह रीत मिट जाती कथा वेदन पुराण की। और वो अगाह जाके कहते हैं कि जिहड़ी सिक्खी की घालना है इस दे नाल ये सारा हिंदूडम इत्थे बचिया। ते अगाह कहते हैं कि एकता छाए जाती बिलाए जाती ये अनेकता, यानी कि वो जिहड़ी मल्टी कल्चरल सेंटर है, मल्टी कल्चरल सोसाइटी सिख धर्म प्रचार करता है, वो उसकी हानि होनी सी जे गुरु गोबिंद सिंह हिंदुआं की रखिया ना करते या गुरु साहबान औरंगजेब के स्टैंड के बरखिलाफ अपना प्रचार ना करते थे, उसके बरखिलाफ ना खड़े होंगे। तो साडा तां असीं तां मल्टी कल्चरल सोसाइटी चाहुंदे हां, ਉਹਦੇ ਵਿੱਚ हिंदू भी होने चाहिए, मुसलमान भी होने चाहिए और अपने सारे अमन के नाल चैन के नाल रहने चाहिए, चाहे कोई किसी धर्म नूं मन्ने। ये कोई किसी दे कंपल्शन थोड़ा है भी तुसीं फलाने धर्म नूं मनना है। लेकिन ये हुण जिन्ने भी स्टेटमेंट्स इन्हां दे आ रहे ने हुण शिव सेना वाले दा तुसीं देख लिया, उस तो इलावा तुसीं RSS के स्टेटमेंट देख रहे हो कि जी जिहड़े हिंदुस्तान दे विच जम्मे हैं वो सारे हिंदू है। हुण जिहड़े नहीं जम्मे थाईलैंड के हिंदू बर्मन के हिंदू हिंदू नहीं हैं, तां जिहड़े इत्थे नहीं जम्मे ते अमरीका दे विच रह रहे हैं ते होर वो हिंदू नहीं हैं। यानी इस तरह दीयां प्रोवोकेटिव स्टेटमेंट्स इस वास्ते दित्तियां जा रही हैं कि ये समझदे ने कि हिंदुआं नूं खतरा, या ये समझदे ने कि इस बहाने असीं सारे हिंदुस्तान के उत्ते पक्का कब्जा कर सकते हैं। लेकिन ये तो औरंगजेब की पॉलिसी है, ये तो औरंगजेबी हिंदू बने बैठे ने। औरंगियाई हिंदू असीं इन्हां नूं कह सकते हैं जी इस तरह की ये नीति अख्तियार करना चाहुंदे ने। तां इन्हां नूं विचारना चाहिए कि साडा
ਭਰਾਤਰੀ ਭਾਵ ਬਣਿਆ ਹੋਇਆ ਹੈ ਤੇ ਨਾਲੇ ਇਹਨਾਂ ਦੇ ਜਿਹੜੇ ਸ਼ਾਸਤਰ ਇਤਿਹਾਸ ਹਨ ਉਹ ਤਾਂ ਕਹਿੰਦੇ ਨੇ ਕਿ ਵਸੁਧੈਵ ਕੁਟੁੰਬਕਮ, ਜਿਹੜੀ ਕਿ ਬਾਰ-ਬਾਰ ਇਹ ਲੋਕ ਪਬਲਿਕ ਦੇ ਵਿੱਚ ਰਿਪੀਟ ਕਰਦੇ ਨੇ, ਔਰ ਉਹ ਠੀਕ ਗੱਲ ਹੈ। ਉਹ ਸਾਡੇ ਵੀ ਸ਼ਾਸਤਰ ਸੀਗੇ, ਅਸੀਂ ਵੀ ਸਾਡੇ ਬਜ਼ੁਰਗ ਵੀ ਕਿਸੇ ਵੇਲੇ ਇਹਨਾਂ ਨੂੰ ਮੰਨਦੇ ਸੀ, ਤਾਂ ਇਹ ਉਹਨਾਂ ਦੀ ਉੱਤਮ ਸਿੱਖਿਆ ਹੈ, ਉਸ ਨੂੰ ਗ੍ਰਹਿਣ ਨਹੀਂ ਕਰਦੇ। ਔਰ ਜਿਹੜੀ ਇਹਨਾਂ ਦੀ ਸਿਆਸੀ ਨੀਤੀ ਦੇ ਨਾਲ ਨੀਤੀ ਦੇ ਰਾਹੀਂ ਪ੍ਰਗਟ ਹੋਈ ਹੈ ਨਫ਼ਰਤ ਦੀ ਰੌਂ, ਇਸ ਦੇ ਇਹ ਜ਼ਿਆਦਾ ਨੇੜੇ ਆਣਗੇ। ਇਹ ਹਿੰਦੁਸਤਾਨ ਨੂੰ ਕਦੇ ਨਾ ਕਦੇ ਛੱਡਣਾ ਪਏਗਾ, ਜਿੰਨੀ ਜਲਦੀ ਛੱਡ ਦੇਣਗੇ ਬਿਹਤਰ ਹੈ। ਔਰੰਗਜ਼ੇਬ ਦਾ ਕਿੰਨਾ ਰਾਜ ਸੀਗਾ ਸਾਰੇ ਹਿੰਦੁਸਤਾਨ ਦੇ ਉੱਤੇ, ਕੋਈ ਕੁਛਦਾ ਨਹੀਂ ਸੀ ਉਹਦੇ ਬਰਖਲਾਫ, ਔਰ ਉਹ ਦੁਨੀਆ ਦੇ ਵਿੱਚ ਉਸ ਵੇਲੇ ਸਭ ਤੋਂ ਪ੍ਰੋਸਪਰਸ ਔਰ ਵਧੀਆ ਰਾਜ ਸੀ। ਲੇਕਿਨ ਉਹ ਜਦੋਂ ਉਸਨੇ ਇਹ ਨੀਤੀ ਅਪਣਾ ਲਈ ਕਿ ਬਾਕੀ ਸਾਰਿਆਂ ਨੂੰ ਖਤਮ ਕਰਨਾ ਤੇ ਸਿਰਫ ਇਸਲਾਮ ਨੂੰ ਇੱਥੇ ਸੁਰੱਖਿਅਤ ਕਰਨਾ ਹੈ, ਇਸਲਾਮ ਦਾ ਪ੍ਰਚਾਰ ਕਰਨਾ ਹੈ, ਤਾਂ ਦੇਖ ਲਓ ਉਹਦਾ ਕੀ ਹਸ਼ਰ ਹੋਇਆ। ਔਰ ਤੁਸੀਂ ਚਾਹੇ ਕਿੰਨਾ ਹੀ ਹੋਵੇ, ਕਿੰਨੀ ਮੈਜੋਰਿਟੀ ਹੋਵੇ, ਇਹ ਜਿਹੜੇ ਚੰਗੇ ਲੋਕ ਹੁੰਦੇ ਨੇ ਉਹ ਮੈਜੋਰਿਟੀ ਸਮਝਦੀ ਆ ਵੀ ਸਾਡੇ ਵਿੱਚ ਜਿਹੜੇ ਚੰਗੇ ਲੋਕ ਇਸ ਤਰ੍ਹਾਂ ਦੇ ਹੈ ਨਹੀਂ, ਔਰ ਉਹ ਸਾਰੇ ਸਾਡੇ ਨਾਲ ਮਿਲ ਜਾਣਗੇ। ਇਸ ਤਰ੍ਹਾਂ ਹੁੰਦਾ ਨਹੀਂ ਹੈ। ਜਿਹੜੀ ਚੰਗਿਆਈ ਹੈ, ਪਰਮਾਤਮਾ ਦਾ ਡਰ ਭਾਵ ਹੈ, ਉਹ ਹਿੰਦੂ ਵੀ ਬਹੁਤ ਬੜੇ ਅੱਛੇ ਲੋਕ ਹੋਣਗੇ, ਉਹਨਾਂ ਨੇ ਵੀ ਬਗਾਵਤ ਕਰਨੀ ਹੈ। ਔਰ ਜੇ ਫਰਜ਼ ਕਰੋ ਇਹ ਸਿੱਖਾਂ ਦੇ ਬਰਖਲਾਫ ਜਾਂ ਸਿੱਖਾਂ ਨੂੰ ਦਬਾ ਲੈਣਗੇ ਤਾਂ ਫਿਰ ਕੀ ਹੋਏਗਾ? ਫਿਰ ਰਾਜਪੂਤਾਂ ਦੇ ਤੋਂ ਖਤਰਾ ਪੈਦਾ ਹੋ ਜਾਏਗਾ, ਫਿਰ ਉਹਨਾਂ ਨੂੰ ਦਬਾਉਣਗੇ, ਫਿਰ ਉਹਨਾਂ ਨੂੰ ਯਾਦਵਾਂ ਤੋਂ ਖਤਰਾ ਹੋ ਜਾਏਗਾ, ਫਿਰ ਉਹਨਾਂ ਨੂੰ ਦਬਾਉਣਗੇ। ਤੇ ਕੀ ਨੀਤੀਆਂ ਆਣਗੀਆਂ? ਇਹਨਾਂ ਦੀ ਲੋੜ ਕੀ ਹੈ? ਜਦੋਂ ਆਪਾਂ ਸਾਰੇ ਆਪਸ ਦੇ ਵਿੱਚ ਭਰਾਵਾਂ ਦੀ ਤੌਰ ਤੇ ਰਹਿ ਰਹੇ ਹਾਂ ਔਰ ਇੰਨੀ ਦੇਰ ਤੋਂ ਅਮਨ ਸ਼ਾਂਤੀ ਨਾਲ ਰਹਿ ਰਹੇ ਹਾਂ, ਤਾਂ ਇਸ ਦੀ ਲੋੜ ਕੀ ਹੈ? ਇਹ ਮਾਰਚਾਂ ਕੱਢ ਕੇ ਖਾਲਿਸਤਾਨ ਦੇ ਬਰਖਲਾਫ ਪੜਾ ਜੇ ਫਰਜ਼ ਕਰੋ ਖਾਲਿਸਤਾਨ ਦੀ ਗੱਲ ਚੱਲਦੀ ਹੋਵੇ ਤਾਂ ਫਿਰ ਖਾਲਿਸਤਾਨ ਦੀ ਕੀ ਟੰਗ ਟੁੱਟ ਜੂਗੀ ਜੇ 15 ਬੰਦੇ ਉੱਠ ਕੇ ਨਾਰੇ ਲਾ ਦੇਣਗੇ ਤੇ ਉਸ ਦੇ ਬਰਖਲਾਫ ਮਾਰਚ ਕਰ ਲੈਣਗੇ। ਸੋ ਇਹ ਨੀਤੀਆਂ ਜਿਹੜੀਆਂ ਹੈਗੀਆਂ ਇਹ ਘਟੀਆ ਸਿਆਸਤ ਦਾ ਨਤੀਜਾ ਆਣਗੀਆਂ, ਇਹਨਾਂ ਨੂੰ ਤਿਆਗ ਦੇਣੀਆਂ ਚਾਹੀਦੀਆਂ ਨੇ। ਸਾਰਿਆਂ ਨੂੰ ਆਪਾਂ ਨੂੰ ਰਲ ਕੇ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਕਿਉਂਕਿ ਇੱਥੇ ਤਾਂ ਸੁਣਨ ਵਾਲਾ ਕੋਈ ਹੋਰ ਹੈ ਨਹੀਂ। ਬਿਲਕੁਲ, ਲੋਕ ਵੀ ਚਾਹੁੰਦੇ ਨੇ, ਆਮ ਲੋਕ ਵੀ, ਕਿ ਸ਼ਾਂਤੀ ਰਵੇ, ਲੋਕਾਂ ਦੇ ਮੁੱਦਿਆਂ ਦਾ ਹੱਲ ਨਿਕਲੇ, ਨਾ ਕਿ ਇਹਨਾਂ ਮਸਲਿਆਂ ਤੇ। ਇੱਕ ਗੱਲ ਮੈਂ ਅਖੀਰ ਦੇ ਵਿੱਚ ਗੁਰਤੇਜ ਸਿੰਘ ਜੀ ਪੁੱਛਣਾ ਚਾਹਾਂਗਾ ਕਿ ਇਸ ਮਸਲੇ ਦਾ ਜੇ ਪੰਥਕ ਧਿਰਾਂ ਵੱਲ ਧਿਆਨ ਮਾਰੀਏ, ਜਿਹੜੀਆਂ ਖਾਲਿਸਤਾਨ ਚਾਹੁੰਦੀਆਂ ਨੇ, ਉਹ ਕਿਉਂ ਨਹੀਂ ਹੱਲ ਕੱਢਦੀਆਂ? ਇਹਦਾ ਇੱਕ ਪਾਸਰ ਕਿਉਂ ਨਹੀਂ ਕਰ ਲਿਆ ਜਾਂਦਾ? ਜੇ ਆਪਾਂ RSS ਵੱਲ ਝਾਤ ਮਾਰੀਏ ਤਾਂ ਉਹ ਕਹਿ ਦਿੰਦੇ ਨੇ ਕਿ ਅਸੀਂ ਅਖੰਡ ਭਾਰਤ ਬਣਾਉਣਾ ਹੈ। ਉਹਨਾਂ ਨੂੰ ਏਦਾਂ ਲੱਗਦਾ ਹੈ ਕਿ ਜੇ ਖਾਲਿਸਤਾਨ ਬਣਾਉਣਗੇ ਤੇ ਇਹ ਠੀਕ ਉਵੇਂ ਹੋਏਗਾ ਜਿਵੇਂ ਪਾਕਿਸਤਾਨ ਬਣਿਆ, 1947 ਦੀ ਵੰਡ ਹੋਈ, ਕਈ ਮਾਰੇ ਗਏ, ਕਤਲੇਆਮ ਹੋਇਆ, ਉਹ ਸਾਰਾ ਕੁਝ ਹੋਇਆ। ਉਹ ਇਸ ਪਾਸੇ ਵੱਲੋਂ ਤੁਰਦੇ ਨੇ। ਤੇ ਜਿਹੜੇ ਪੰਥਕ ਧਿਰਾਂ ਨੇ ਜਾਂ ਜਿਹੜੇ ਖਾਲਿਸਤਾਨ ਦੀ ਸਪੋਰਟ ਕਰਦੇ ਨੇ, ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋ ਗਿਆ, ਉਹ ਕਹਿੰਦੇ ਕਾਨੂੰਨ ਸਾਨੂੰ ਹੱਕ ਦਿੰਦਾ ਕਿ ਅਸੀਂ ਇਹ ਨਾਰਾ ਲਾ ਸਕਦੇ ਹਾਂ ਤੇ ਫਿਰ ਇਸ ਕਰਕੇ ਇਹਦੀ ਵਿਰੋਧਤਾ ਨਹੀਂ ਹੋਣੀ ਚਾਹੀਦੀ। ਲੋਕਾਂ ਦੇ ਮਨਾਂ 'ਚ ਵੀ ਇਹੀ ਆ ਕਿ ਇਸ ਮਸਲੇ ਦਾ ਕੋਈ ਹੱਲ ਨਿਕਲੇ, ਪੰਜਾਬ ਨੂੰ ਕਹਿੰਦੇ ਪੰਜਾਬ ਰਹਿਣ ਦਿੱਤਾ ਜਾਵੇ। ਦੇਖੋ, ਪੰਜਾਬ ਨੂੰ ਪੰਜਾਬ ਰੱਖਣ ਵਾਸਤੇ ਅਸੀਂ ਤਾਂ ਸਿਰ ਲਾਏ ਨੇ ਔਰ ਸਦੀਆਂ ਤੋਂ ਲਾਉਂਦੇ ਚਲੇ ਆ ਰਹੇ ਹਾਂ। ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਪੰਜਾਬ ਨੂੰ ਪੰਜਾਬ ਰੱਖਣ ਵਾਸਤੇ ਔਰ ਹਿੰਦੁਸਤਾਨ ਨੂੰ ਇੱਕ ਰੱਖਣ ਵਾਸਤੇ। ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਆਣਗੀਆਂ। ਹਿੰਦੁਸਤਾਨ ਦੀ ਆਜ਼ਾਦੀ ਦੇ ਵਾਸਤੇ, ਜਿਸਨੂੰ ਇਹ ਆਜ਼ਾਦੀ ਕਹਿੰਦੇ ਨੇ, ਇਸ ਆਜ਼ਾਦੀ ਵਾਸਤੇ ਵੀ ਸਭ ਤੋਂ ਵੱਧ ਕੁਰਬਾਨੀਆਂ ਅਸੀਂ ਦਿੱਤੀਆਂ ਨੇ। ਸਾਡੇ ਉੱਤੇ ਇਲਜ਼ਾਮ ਲਾਉਂਦੇ ਨੇ ਕਿ ਇਹੀ ਸਾਨੂੰ ਦੇਸ਼ ਨੂੰ ਤੋੜਨਾ ਚਾਹੁੰਦੇ ਆ। ਦੇਖੋ, ਮੁਹੰਮਦ ਅਲੀ ਜਿੰਨਾ ਤੇ ਮੁਹੰਮਦ ਇਕਬਾਲ, ਜਿਨ੍ਹਾਂ ਨੂੰ ਬਾਨੀ ਕਹਿੰਦੇ ਨੇ ਪਾਕਿਸਤਾਨ ਦੇ, ਮੁਹੰਮਦ ਇਕਬਾਲ ਦੀਆਂ ਚਿੱਠੀਆਂ ਹੁਣ ਕੁਝ ਮਿਲੀਆਂ ਜਿਹੜੀਆਂ ਉਹਨਾਂ ਨੇ ਆਪਣੇ ਅੰਗਰੇਜ਼ ਪ੍ਰੋਫੈਸਰਾਂ ਨੂੰ ਲਿਖੀਆਂ ਸਨ। ਉਹਨਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਨਹੀਂ ਚਾਹੁੰਦੇ ਪਾਕਿਸਤਾਨ ਬਣਾਉਣਾ, ਇਹ ਤਾਂ ਸਾਡੇ ਮਗਰ ਪਏ ਹੋਏ ਆ ਵੀ ਜ਼ਬਰਦਸਤੀ ਬਣਾ ਕੇ ਦੇਣਾ ਤੁਹਾਨੂੰ। ਅਸੀਂ ਤਾਂ ਸਿਰਫ ਇਹ ਚਾਹੁੰਦੇ ਹਾਂ ਕਿ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਾਂ। ਸੰਤ ਲੌਂਗੋਵਾਲ, ਸੰਤ ਭਿੰਡਰਾਂ ਵਾਲੇ ਬਾਰ-ਬਾਰ ਇਹੀ ਗੱਲ ਕਹਿੰਦੇ ਸਨ ਕਿ ਅਸੀਂ ਜੇ ਤੁਸੀਂ ਖਾਲਿਸਤਾਨ ਦੇ ਦਿਓਗੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਾਂ। ਤਾਂ ਇਹਨਾਂ ਨੇ ਬੜੀ ਚਲਾਕੀ ਦੇ ਨਾਲ ਜਿਹੜਾ ਇਹ ਲਫ਼ਜ਼ ਹੈ ਖਾਲਿਸਤਾਨ ਦਾ, ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਮੂੰਹ ਦੇ ਵਿੱਚ ਪਾ ਕੇ ਤੇ ਉਸ ਨੂੰ ਉਦੋਂ ਦਾ ਪ੍ਰਚਾਰ ਕਰ ਰਹੇ ਨੇ। ਹੁਣ ਸਿੱਖ ਜਿਹੜੀਆਂ ਧਿਰਾਂ ਆਣਗੀਆਂ, ਜਿਹੜੀਆਂ ਕਿ ਜਿਹੜੀਆਂ ਖਾਲਿਸਤਾਨ ਦੀ ਹਮਦਰਦੀ ਰੱਖਦੀਆਂ ਨੇ, ਉਹਨਾਂ ਦਾ ਮਕਸਦ ਕੋਈ ਸਿਆਸੀ ਮਸਲਾ ਨਹੀਂ ਹੈ। ਉਹਨਾਂ ਦਾ ਮਕਸਦ ਸਿਰਫ ਰੌਲਾ ਪਾਉਣਾ ਤੇ ਆਪਣੀ ਪ੍ਰਾਈਮੇਸੀ ਬਣਾਈ ਰੱਖਣਾ। ਜਿਸ ਵੇਲੇ ਸਿਮਰਨਜੀਤ ਸਿੰਘ ਮਾਨ ਨਿਕਲ ਕੇ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹੈ ਤਾਂ ਮੈਂ ਇਸ ਨੂੰ ਪੁੱਛਿਆ ਸੀ
ਕਿ ਮੈਂ ਉਸ ਵੇਲੇ ਪਾਰਟੀ ਦੇ ਵਿੱਚ ਜਨਰਲ ਸੈਕਟਰੀ ਦੇ ਤੌਰ ਤੇ ਕੰਮ ਕਰ ਰਿਹਾ ਸੀ ਤੇ ਮੈਂ ਪੁੱਛਿਆ ਸੀ ਕਿ ਬਈ ਤੇਰੀ ਰਾਜਸੀ ਨੀਤੀ ਕੀ ਹੋਏਗੀ, ਤਾਂ ਇਸਨੇ ਮੈਨੂੰ ਕਿਹਾ ਕਿ ਆਫ ਕੋਰਸ ਸਰਦਾਰ ਕਪੂਰ ਸਿੰਘ ਸਿੱਖ ਹੋਮਲੈਂਡ। ਹੁਣ ਸਿੱਖ ਹੋਮਲੈਂਡ ਜਿਹੜੀ ਹੈ ਉਸ ਦੇ ਵਿੱਚ ਸਿਰਫ ਬਰਾਬਰੀ ਦਾ ਵੀ ਅਸੀਂ ਬਰਾਬਰ ਦੇ ਸਿਟੀਜ਼ਨ ਬਣ ਕੇ ਰਹਿਣਾ ਚਾਹੁੰਦੇ ਹਾਂ, ਔਰ ਅਸੀਂ ਆਪਣੇ ਧਰਮ ਨੂੰ ਪਿਆਰ ਕਰਨੀ ਆ, ਅਸੀਂ ਆਪਣੇ ਧਰਮ ਨੂੰ ਮਹਿਫੂਜ਼ ਕਰਨਾ ਚਾਹੁੰਦੇ ਹਾਂ। ਇਹਦੇ ਵਿੱਚ ਕੋਈ ਪਾਪ ਨਹੀਂ। ਹਿੰਦੂ ਧਰਮ ਵੀ ਮਹਿਫੂਜ਼ ਹੋਣਾ ਚਾਹੀਦਾ, ਇਸਲਾਮ ਮਹਿਫੂਜ਼ ਹੋਣਾ ਚਾਹੀਦਾ। ਜਿੱਥੇ ਜਿੱਥੇ ਇਹਨਾਂ ਦੇ ਲੋਕ ਵਸਦੇ ਨੇ ਸੁਖੀ ਵਸਣ, ਸਾਡੀ ਇਹ ਕਾਮਨਾ ਹੈ, ਤੇ ਇਹਨਾਂ ਦੀ ਵੀ ਇਹੀ ਹੋਣੀ ਚਾਹੀਦੀ ਹੈ। ਸੋ ਮੈਂ ਇਸ ਨੂੰ ਪੁੱਛਿਆ ਤਾਂ ਇਸਨੇ ਕਿਹਾ ਜੀ ਇਹ ਸਿੱਖ ਹੋਮਲੈਂਡ ਮੇਰਾ ਮਕਸਦ ਹੈ, ਮੇਰਾ ਸਿਆਸੀ ਨਿਸ਼ਾਨਾ ਹੈ। ਮੈਂ ਇਸ ਨੂੰ ਕਿਹਾ ਕਿ ਆਹ ਸਿੱਖ ਹੋਮਲੈਂਡ ਜਿਹੜੀ ਸਿੱਖ ਹੋਮਲੈਂਡ ਦੀ ਰੈਜ਼ੋਲੂਸ਼ਨ ਸਰਦਾਰ ਸਾਹਿਬ ਨੇ ਬਣਾਈ ਸੀਗੀ ਉਹ ਆ ਹੈਗੀ, ਇਹ ਤੇ ਦਸਤਖਤ ਕਰਦੇ, ਇਸਨੇ ਦਸਤਖਤ ਕਰਤੇ ਕਿ ਜੀ ਮੈਂ ਇਸ ਨੂੰ ਮੰਨਦਾ, ਔਰ ਉਹ ਮੈਂ ਆਪਣੀ ਕਿਤਾਬ ਦੇ ਵਿੱਚ ਉਹਦੀ ਛਾਪੀ ਹੋਈ ਹੈ। ਹੁਣ ਇਹ ਉਹ ਸਾਰਾ ਕੁਝ ਛੱਡ ਕੇ ਤੇ ਇੱਧਰ ਚਲਾ ਗਿਆ। ਇਹ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਵੀ ਇਸ ਤਰ੍ਹਾਂ ਕੀਤਾ ਸੀ। ਡਾਕਟਰ ਜਗਜੀਤ ਸਿੰਘ ਚੌਹਾਨ ਨੂੰ ਇੱਕ ਹੁੰਦਾ ਸੀ ਧਰਿੰਦਰ ਬ੍ਰਹਮਚਾਰੀ, ਜਿਹੜਾ ਕਿ ਇੰਦਰਾ ਗਾਂਧੀ ਨੂੰ ਯੋਗ ਸਿਖਾਉਂਦਾ ਸੀ, ਕਹਿੰਦੇ ਸਨ ਕੀ ਉਹ ਕੰਮ ਕਰਦਾ ਸੀ। ਇਹ ਕਈ ਇਸ ਤਰ੍ਹਾਂ ਦੇ ਸਪਾਈਸ ਹੁੰਦੇ ਨੇ ਤੇ ਇਹ ਹੋਰ ਸਿਆਸੀ ਕੰਮਾਂ ਵਾਸਤੇ ਵਰਤੇ ਜਾਂਦੇ ਨੇ। ਉਸ ਆਦਮੀ ਨੇ ਆ ਕੇ ਸਮਝਾਇਆ ਸੀ ਕਿ ਤੂੰ ਖਾਲਿਸਤਾਨ ਦੀ ਗੱਲ ਕਰ। ਇੰਦਰਾ ਗਾਂਧੀ ਚਾਹੁੰਦੀ ਸੀ ਕਿ ਖਾਲਿਸਤਾਨ ਦੀ ਗੱਲ ਚੱਲੇ ਔਰ ਸਿੱਖਾਂ ਨੂੰ ਅਸੀਂ ਇਸ ਦੇ ਰਾਹੀਂ ਦਬਾ ਕੇ ਰੱਖ ਸਕੀਏ। ਇਸ ਤੋਂ ਬਾਅਦ ਹੋਰ ਲੋਕ ਆ ਗਏ। ਡਾਕਟਰ ਜਗਜੀਤ ਸਿੰਘ ਚੌਹਾਨ ਜਿਸ ਵੇਲੇ ਗਿਆ ਇੰਗਲੈਂਡ, ਮੈਂ ਉਸ ਨੂੰ 2-3 ਪ੍ਰੋਫੈਸਰ ਸੀ ਅਸੀਂ ਖਾਲਸਾ ਕਾਲਜ ਜਲੰਧਰ ਤੋਂ, ਤੇ ਇਹ ਜਲੰਧਰ ਦੇ ਵਿੱਚ ਉਸ ਵੇਲੇ ਵਿਚਰਦਾ ਰਹਿੰਦਾ ਸੀਗਾ ਦਰਸ਼ਨ ਸਿੰਘ ਫੇਰੂਮਾਨ ਦੇ ਵਰਤ ਤੋਂ ਬਾਅਦ ਖਾਸ ਤੌਰ ਦੇ ਉੱਤੇ। ਤੇ ਅਸੀਂ ਇਹਨੂੰ ਸੀ ਆਫ ਕਰਕੇ ਆਏ ਹਾਂ ਏਅਰਪੋਰਟ ਤੇ। ਜਦੋਂ ਇਹ ਜਾਣ ਲੱਗਿਆ ਫਿਰ ਇਹ ਬਾਅਦ ਦੇ ਵਿੱਚ ਜਿਸ ਤਰ੍ਹਾਂ ਵੀ ਸਾਨੂੰ ਪਤਾ ਲੱਗਦਾ ਰਿਹਾ ਕਿ ਇਸ ਨੂੰ ਪੂਰਾ ਸਪੋਰਟ ਗਵਰਨਮੈਂਟ ਆਫ ਇੰਡੀਆ ਦਾ ਸੀ। ਤਾਂ ਇਹ ਜਿੰਨੇ ਵੀ ਲੋਕ ਹਨਗੇ ਖਾਲਿਸਤਾਨ ਦੀਆਂ ਗੱਲਾਂ ਕਰਦੇ ਨੇ, ਇਹਨਾਂ ਨੂੰ ਤਾਂ ਕਦੇ ਕੁਝ ਨਹੀਂ ਹੁੰਦਾ। ਖਾਲਿਸਤਾਨ ਦੇ ਨਾਮ ਦੇ ਉੱਤੇ 3 ਮੁੰਡੇ ਉੱਥੋਂ ਫੜੇ ਗਏ ਫਗਵਾੜੇ ਤੋਂ, ਔਰ ਉਹਨਾਂ ਵਿਚਾਰਿਆਂ ਦੇ ਕੋਲੇ ਲਿਟਰੇਚਰ ਸੀ। ਲਿਟਰੇਚਰ ਕੀ ਸੀ? ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ। ਲਿਟਰੇਚਰ ਕੀ ਸੀ? ਆ ਜਿਹੜੇ ਆਮ ਰਸਾਲੇ ਵੰਗਾਰ ਤੇ ਹੋਰ ਛਪਦੇ ਨੇ, ਇਹੋ ਜਿਹੇ ਰਸਾਲੇ ਸਨ। ਉਹਨਾਂ ਨੂੰ ਉਮਰ ਕੈਦ ਹੋਈ ਹੈ। ਤੇ ਜਿਹੜੇ ਇਹ ਇੰਨਾ ਰੌਲਾ ਪਾਉਂਦੇ ਨੇ ਔਰ ਇਹ ਖਾਲਿਸਤਾਨ ਦੀਆਂ ਗੱਲਾਂ ਕਰਦੇ, ਇਹਨਾਂ ਨੂੰ ਕੋਈ ਕੁਝ ਕਹਿੰਦਾ ਨਹੀਂ ਹੈ। ਤਾਂ ਮਤਲਬ ਇਹ ਹੈ ਕਿ ਸਰਕਾਰ ਇਸ ਤਰ੍ਹਾਂ ਦੇ ਨਾਅਰੇ ਲਵਾ ਕੇ ਸਿੱਖਾਂ ਨੂੰ ਬੇਦਿਲ ਕਰਕੇ ਗੁਲਾਮ ਬਣਾਉਣ ਦੇ ਰਸਤੇ ਦੇ ਉੱਤੇ ਚੱਲ ਰਹੀ ਹੈ, ਔਰ ਇਸ ਦੇ ਵਿੱਚ ਇਹ ਹਿੰਦੂ ਸ਼ਿਵ ਸੈਨਾ ਵਾਲੇ ਆਪਣਾ ਯੋਗਦਾਨ ਪਾ ਰਹੇ ਆ। ਅੱਛਾ, ਫਰਜ਼ ਕਰੋ ਸਿੱਖ ਗੁਲਾਮ ਹੋ ਜਾਣ ਔਰ ਸਿੱਖਾਂ ਦੀ ਗੁਲਾਮਾਂ ਵਾਲੀ ਪੋਜੀਸ਼ਨ ਹੋ ਜਾਏ, ਤਾਂ ਹਿੰਦੁਸਤਾਨ ਇੱਕ ਦਿਨ ਦੇ ਵੀ ਟੈਟੇਰੀ ਹੋ ਜਾਏਗਾ। ਕਿਹੜੇ ਆਦਮੀ ਦਾ ਮੁਕਾਬਲਾ ਕਰਨ ਦੇ ਕਾਬਲ ਆਣਗੇ ਇਹ? ਇਹਨਾਂ ਦਾ ਅਸੀਂ 2000 ਸਾਲ ਦਾ ਇਤਿਹਾਸ ਦੇਖਿਆ। ਇਹਨਾਂ ਨੇ ਕਦੋਂ ਆਪਣੇ ਦੇਸ਼ ਨੂੰ ਡਿਫੈਂਡ ਕੀਤਾ? ਜੇ ਕੋਚੀ ਵੱਲੋਂ ਜਾਂ ਇਧਰੋਂ ਸਮੁੰਦਰ ਵੱਲੋਂ 2 ਜਹਾਜ਼ ਲੈ ਕੇ ਕੋਈ ਆਦਮੀ ਆਇਆ, ਵਾਸਕੋ ਡਗਾਮਾ ਆਇਆ ਜਾਂ ਉਹ ਮੁਹੰਮਦ ਬਿਨ ਕਾਸਮ ਆਇਆ, ਉਸਨੇ ਆ ਕੇ ਆਪਣਾ ਮੁਲਕ ਦੇ ਉੱਤੇ ਕਬਜ਼ਾ ਕਰ ਲਿਆ, ਰਾਜਾ ਨੂੰ ਕੈਦੀ ਬਣਾ ਲਿਆ। ਇਹਨਾਂ ਨੇ ਕਦੋਂ ਵੀ ਹਿੰਦੁਸਤਾਨ ਨੂੰ ਡਿਫੈਂਡ ਕੀਤਾ? ਪਲਾਸੀ ਦੀ ਲੜਾਈ ਦੇ ਵਿੱਚ, ਜਿਹਦੇ ਵਿੱਚ ਕਿ ਹਿੰਦੁਸਤਾਨ ਦੀ ਸੱਤਾ ਮੁਗਲਾਂ ਤੋਂ ਅੰਗਰੇਜ਼ਾਂ ਨੂੰ ਤਬਦੀਲ ਹੋਈ, ਉਹਦੇ ਵਿੱਚ ਜਿੰਨੀਆਂ ਮੌਤਾਂ ਹੋਈਆਂ ਨਾ, ਸਿਪਾਹੀ ਮਰੇ, ਉਹ ਉਸ ਤੋਂ ਵੱਧ ਜਿਹੜੀ ਚੌਕ ਮਹਿਤਾ ਦੀ ਪੁਲਿਸ ਫਾਇਰਿੰਗ ਦੇ ਵਿੱਚ ਬੰਦੇ ਮਰੇ ਸਨ। ਇਹ ਇੰਨਾ ਵੀ ਨਹੀਂ ਕਰ ਸਕੇ ਕਿ ਉਹਨਾਂ ਨੂੰ ਰਜਿਸਟ ਕਰਨ। ਔਰ ਅਸੀਂ ਜਿਸ ਵੇਲੇ ਅੰਗਰੇਜ਼ਾਂ ਦੇ ਨਾਲ ਲੜੇ ਆ, ਉਸ ਵੇਲੇ ਸਾਰੇ ਹਿੰਦੂ, ਸਾਰੇ ਮੁਸਲਮਾਨ ਪੰਜਾਬ ਦੇ ਔਰ ਸਾਰੇ ਸਿੱਖ ਇਕਜੁੱਟ ਸਨ। ਸਾਂਝਾ ਖੂਨ ਸਾਡਾ ਡੁੱਲਿਆ ਇੱਕ ਦਰਿਆ ਦੇ ਕਿਨਾਰੇ ਦੇ ਉੱਤੇ। ਔਰ ਉਸ ਵੇਲੇ ਕੀ ਹੋਇਆ? ਉਹ ਕਹਿੰਦਾ ਜਿਹੜੇ ਅੰਗਰੇਜ਼ਾਂ ਤੋਂ ਡਰ ਕੇ ਨੱਸ ਕੇ ਔਰ ਮੁਸਲਮਾਨਾਂ ਤੋਂ ਡਰ ਕੇ ਇਹ ਲੋਕ ਉਹਨਾਂ ਦੇ ਮੁਕਾਬਲੇ 'ਚ ਨਹੀਂ ਸੀ ਜਾਂਦੇ, ਪਿਛਾਂਹ ਨੂੰ ਭੱਜ ਜਾਂਦੇ ਸਨ, ਸਾਰਾ ਮੁਲਕ ਉਹਨਾਂ ਦੇ ਹਵਾਲੇ ਕਰ ਦਿੰਦੇ ਸਨ। ਇੱਕ ਮੁਹੰਮਦ ਬਿਨ ਕਾਸਮ ਨੇ 17 ਆਦਮੀ ਲੈ ਕੇ ਬੰਗਾਲ ਦੀ ਜਿਹੜੀ ਸੇਨ ਰਾਜਾ ਸੀ ਉਸ ਦੇ ਉੱਤੇ ਕਬਜ਼ਾ ਕਰ ਲਿਆ, ਔਰ ਜਿਹੜੀ ਸਦੀਆਂ ਤੋਂ ਚਲੀ ਆ ਰਹੀ ਸੂਰਜਵੰਸ਼ੀ ਪਰੰਪਰਾ ਸੀ ਉਸ ਨੂੰ ਖਤਮ ਕਰ ਦਿੱਤਾ। ਤੇ ਇਹਨਾਂ ਦੇ ਪੱਲੇ ਦਾ ਕੱਖ ਵੀ ਨਹੀਂ। ਕਿਸ ਤਰ੍ਹਾਂ ਡਿਫੈਂਡ ਕਰਨਗੇ ਹਿੰਦੁਸਤਾਨ ਨੂੰ ਇਹ? ਜੇ ਸਮਝਣ ਕਿ ਮਸ਼ੀਨਾਂ ਨਾਲ ਡਿਫੈਂਡ ਹੋ ਜਾਂਦਾ ਤਾਂ ਫਿਰ ਇਹ ਬੜੀ ਗਲਤੀ ਹੈ ਇਹਨਾਂ ਦੀ। ਜਿਹੜੇ ਜਜ਼ਬੇ ਹੁੰਦੇ ਆ, ਜਿਹੜੀ ਸਪਿਰਿਟ ਹੁੰਦੀ ਹੈ, ਉਹ ਲੜਦੀ ਹੈ ਮੈਦਾਨਾਂ ਦੇ ਵਿੱਚ ਕਿ ਮਸ਼ੀਨਾਂ ਲੜਦੀਆਂ। ਮਸ਼ੀਨਾਂ ਨੂੰ ਤਾਂ 1 ਮਿੰਟ ਦੇ ਵਿੱਚ ਨਕਾਰਾ ਕੀਤਾ ਜਾ ਸਕਦਾ ਹੈ। ਔਰ ਜਿਹੜੇ ਕਲਪੁਰਜੇ ਉਹਨਾਂ ਦੇ ਅਖੀਰਲੇ ਆਣਗੇ
ਜਿਨ੍ਹਾਂ ਦੇ ਰਾਹੀਂ ਉਹਨਾਂ ਨੇ ਚੱਲਣਾ ਜਾਂ ਨਹੀਂ ਚੱਲਣਾ, ਉਹ ਤਾਂ ਲੋਕਾਂ ਦੇ ਹੱਥਾਂ ਦੇ ਵਿੱਚ ਹੈ, ਵਿਦੇਸ਼ੀਆਂ ਦੇ ਹੱਥਾਂ ਦੇ ਵਿੱਚ। ਤੇ ਜੇ ਖਾਲਸੇ ਨੂੰ ਇਹ ਖਤਮ ਵੀ ਕਰ ਲੈਣਗੇ ਤਾਂ ਫਿਰ ਇਹਨਾਂ ਦਾ ਹਾਸਲ ਕੀ ਹੋਏਗਾ? ਔਰ ਕੀ ਇਹਨਾਂ ਦਾ ਜੇ 80% ਹਿੰਦੂ ਹੈਗੇ ਇਸ ਵੇਲੇ ਤਾਂ 82% ਹੋ ਜਾਣਗੇ, ਫਿਰ ਇਹਨਾਂ ਦਾ ਕੀ ਬਣ ਜਾਏਗਾ? ਸੋ ਇਹਨਾਂ ਨੂੰ ਇਹ ਸਾਰੀਆਂ ਗੱਲਾਂ, ਇੱਕ ਤਾਂ ਫਰੈਂਕਲੀ ਸਾਨੂੰ ਸਿੱਖਾਂ ਨੂੰ ਇਹ ਗੱਲਾਂ ਇਹਨਾਂ ਨੂੰ ਕਹਿਣੀਆਂ ਚਾਹੀਦੀਆਂ, ਕਿਉਂਕਿ ਅਸੀਂ ਕਿਸੇ ਦੇ ਬਰਖਲਾਫ ਨਹੀਂ, ਅਸੀਂ ਸਾਰਿਆਂ ਨਾਲ ਮਿਲ ਕੇ ਰਹਿਣਾ ਚਾਹੁੰਦੇ ਹਾਂ, ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਾਂ, ਔਰ ਇਸ ਤੋਂ ਘੱਟ ਅਸੀਂ ਕੁਛ ਨਹੀਂ ਚਾਹੁੰਦੇ। ਇਸ ਤੋਂ ਵੱਧ ਜੇ ਕੁਝ ਦੇਣਾ ਚਾਹੁੰਦੇ ਅਸੀਂ, ਸਾਨੂੰ ਪਰਵਾਹ ਹੈ, ਲੇਕਿਨ ਇਸ ਤੋਂ ਘੱਟ ਅਸੀਂ ਨਹੀਂ ਰਹਿਣਾ ਚਾਹੁੰਦੇ। ਤਾਂ ਫਿਰ ਸਾਨੂੰ ਫਰੈਂਕਲੀ ਦੱਸਣਾ ਚਾਹੀਦਾ ਵੀ ਆਹ ਸਾਡਾ ਮਸਲਾ ਹੈ ਤੇ ਤੁਸੀਂ ਦੱਸੋ ਸਾਨੂੰ ਤੁਹਾਡਾ ਕੀ ਮਸਲਾ ਹੈ, ਵੀ ਤੁਸੀਂ ਸਾਨੂੰ ਖਤਮ ਕਰਨਾ ਚਾਹੁੰਦੇ ਹੋ, ਤੁਹਾਡੇ ਕੀ ਹਾਸਲ ਹੋਏਗਾ, ਤੁਸੀਂ ਕਿਹੜੇ ਦੌਰ ਦੇ ਵਿੱਚ ਕੀ ਹਿੰਦੁਸਤਾਨ ਵਾਸਤੇ ਕੰਟਰੀਬਿਊਟ ਕੀਤਾ, ਕਿਸੇ ਸ਼ੋਬੇ ਦੇ ਉੱਤੇ ਤੁਸੀਂ ਸਾਡੀ ਕੰਟਰੀਬਿਊਸ਼ਨ ਦੇਖ ਲਓ ਤੇ ਤੁਹਾਡੇ ਸਾਰਿਆਂ ਨਾਲੋਂ ਵੱਧ ਹੈ। ਜਿਸ ਵੇਲੇ ਤੁਸੀਂ ਝੂਠਾ ਲੈ ਕੇ ਮੰਗਦੇ ਫਿਰਦੇ ਸੀ ਦਾਣੇ, ਅਸੀਂ ਉਸ ਵੇਲੇ ਮਾਲਾ ਮਾਲ ਕਰਤੇ ਹਿੰਦੁਸਤਾਨ ਦੇ ਸਟੋਰ, ਤੇ ਅੱਜ ਇਹ ਕਣਕ ਚੌਲ ਪੰਜਾਬ ਦੇ ਬਾਹਰ ਐਕਸਪੋਰਟ ਹੋ ਰਿਹਾ। ਆ ਫਰਾਂਸ ਦੇ ਨਿਊਜ਼ ਮੈਂ ਕੱਲ ਪਰਸੋਂ ਸੁਣ ਰਿਹਾ ਸੀ, ਉਹ ਕਹਿੰਦੇ ਯੂਕਰੇਨ ਦੇ ਵਿੱਚ, ਰਸ਼ੀਆ ਦੇ ਵਿੱਚ ਪ੍ਰੋਬਲਮ ਹੋ ਗਿਆ ਤੇ ਹੁਣ ਸਾਨੂੰ ਸਾਰੀ ਉਮੀਦ ਪੰਜਾਬ ਤੋਂ ਹੈ ਵੀ ਉਹਨਾਂ ਦੀ ਕਣਕ ਸਾਡੇ ਕੋਲ ਆਏਗੀ, ਤੇ ਉੱਥੇ ਕਹਿੰਦੇ ਇਹ ਝਾੜ ਘਟ ਗਿਆ ਐਤਕੀ ਵਾਰੀ, ਇਹ ਬੜੀ ਮਾੜੀ ਗੱਲ ਹੈ। ਆ ਕੱਲ ਪਰਸੋਂ ਦੀ ਗੱਲ ਹੈ। ਹੁਣ ਅਸੀਂ ਸਾਰੇ ਮੁਲਕ ਨੂੰ ਫੀਡ ਕਰ ਰਹੇ ਹਾਂ, ਸਾਰੇ ਮੁਲਕ ਨੂੰ ਡਿਫੈਂਡ ਕਰ ਰਹੇ ਹਾਂ, ਸਾਰਿਆਂ ਤੋਂ ਅੱਗੇ ਹੋ ਕੇ ਅਸੀਂ ਲੜਦੇ ਹਾਂ ਇਹਨਾਂ ਦੇ ਨਾਲ, ਜਿਹੜਾ ਦੁਸ਼ਮਣ ਆਉਂਦਾ, ਤੇ ਤੁਸੀਂ ਸਾਨੂੰ ਹੀ ਬੇਦਲ ਕਰਕੇ ਸਾਡੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਹੋ, ਸਾਨੂੰ ਗੁਲਾਮ ਬਣਾਉਣਾ ਚਾਹੁੰਦੇ ਹੋ। ਸਾਨੂੰ ਗੁਲਾਮ ਬਣਾ ਕੇ ਤੁਹਾਡੇ ਹੱਥ ਕੀ ਆਏਗਾ? ਤੁਸੀਂ ਆਪਣੇ ਹੱਥ ਵੱਢ ਲਓਗੇ, ਤੁਸੀਂ ਕਦੇ ਦੁਸ਼ਮਣ ਦੇ ਮੁਕਾਬਲੇ ਦੇ ਵਿੱਚ ਖੜੇ ਹੋਣ ਦੇ ਯੋਗ ਨਹੀਂ ਰਹਿਣਾ। ਅਸੀਂ ਤੁਹਾਨੂੰ ਜਾਣਦੇ ਹਾਂ, PN ਉਹ ਜਿਹੜਾ ਕਾਲ ਸੀਗਾ ਕਮਾਂਡਰ ਇਨ ਚੀਫ ਚਾਈਨਾ ਵਾਰ ਵੇਲੇ, ਅਸੀਂ ਉਸ ਦਾ ਕੰਟੈਕਟ ਵੀ ਜਾਣਦੇ ਹਾਂ, ਅਸੀਂ ਦੂਸਰਿਆਂ ਨੂੰ ਵੀ ਜਾਣਦੇ ਹਾਂ। ਜਿਹੜੀਆਂ 5 ਰੈਜੀਮੈਂਟਾਂ ਪਾਕਿਸਤਾਨ ਦੇ ਬਰਖਲਾਫ ਉੱਥੋਂ ਭੱਜੀਆਂ ਸਨ ਮੈਦਾਨ ਦੇ ਵਿੱਚੋਂ, ਜੰਮੂ ਕਸ਼ਮੀਰ ਤੋਂ ਲੈ ਕੇ ਤੇ ਆਪਣੇ ਅਟਾਰੀ ਤੱਕ, ਉਹਨਾਂ ਨੂੰ ਵੀ ਅਸੀਂ ਜਾਣਦੇ ਹਾਂ। ਤੁਸੀਂ ਉਹਨਾਂ ਦੇ ਨਾਲ ਆਇਡੈਂਟੀਫਾਈ ਕਰਦੇ ਹੋ ਆਪਣੇ ਆਪ ਨੂੰ, ਅਸੀਂ ਉਹਨਾਂ ਦੇ ਨਾਲ ਆਇਡੈਂਟੀਫਾਈ ਕਰਦੇ ਹਾਂ ਜਿਹੜੇ ਸਦੀਆਂ ਤੋਂ ਇਸ ਮੁਲਕ ਨੂੰ ਡਿਫੈਂਡ ਕਰਦੇ ਆ ਰਹੇ ਹੈ, ਔਰ ਜਿਹੜੇ ਸਿੱਖੀ ਦੀ ਸ਼ਾਨ ਨੂੰ, ਔਰ ਜਿਹੜੇ ਮਨੁੱਖਤਾ ਦੇ ਜਿਹੜੇ ਸਰੋਕਾਰ ਹੋਣੇ ਚਾਹੀਦੇ ਹੈ ਕਿ ਸਾਰੀ ਦੁਨੀਆ ਸੁਖੀ ਵਸੇ। ਹੁਣ ਹੁਕਮ ਹੋਆ ਮਿਹਰਬਾਨ ਦਾ, ਤੇ ਕੋਈ ਨਾ ਕਿਸੇ ਰੰਜਾਨ ਦਾ, ਸਭੇ ਸੁਖਾਲੀ ਬੁੱਠੀਆਂ ਇਹ ਹੋਆ ਹਲੇ ਨਹੀਂ ਰਾਜਿਓ। ਸਾਡਾ ਇਹ ਮਕਸਦ ਹੈ, ਤੁਹਾਡਾ ਮਕਸਦ ਹੈ ਤੁਸੀਂ ਗੁਲਾਮ ਬਣਾਉਣਾ ਚਾਹੁੰਦੇ ਹੋ, ਐਸ ਨੂੰ ਗੁਲਾਮ ਬਣਾ ਲਿਆ, ਤੁਸੀਂ ਮੁਸਲਮਾਨਾਂ ਨੂੰ ਦਬਾ ਲਿਆ। ਮੈਂ ਇੱਕ ਬੜਾ ਹੀ ਸ਼ਰਮਨਾਕ ਵੀਡੀਓ ਦੇਖਿਆ ਜਿਸ ਦੇ ਵਿੱਚ ਇੱਕ ਮੁਸਲਮਾਨ ਫਕੀਰ ਜਾਂ ਵਿਚਾਰਾ ਮੰਗਤਾ ਸੀ, ਬਜ਼ੁਰਗ 70-80 ਸਾਲ ਦਾ ਹੋਣਾ, ਉਸ ਦੀ ਦਾੜੀ ਫੜ ਕੇ ਉਸ ਨੂੰ ਕਹਿ ਰਿਹਾ ਬੋਲ ਜੈ ਸ਼੍ਰੀ ਰਾਮ, ਬੋਲ ਜੈ ਸ਼੍ਰੀ ਰਾਮ। ਇਸ ਤਰ੍ਹਾਂ ਦੇ ਨਾਲ ਇਹ ਜੈ ਸ਼੍ਰੀ ਰਾਮ ਹੋ ਜਾਏਗੀ ਜੇ ਤੁਸੀਂ ਉਸ ਨੂੰ ਪਿਆਰ ਦੇ ਨਾਲ 10 ਰੁਪਏ ਦੇ ਕੇ ਕਹਿੰਦੇ ਬਈ ਬਾਬਾ ਅਸੀਂ ਤਾਂ ਚਾਹੁੰਦੇ ਹਾਂ ਕਿ ਤੂੰ ਤਰੱਕੀ ਕਰੇ, ਤੈਨੂੰ ਕੋਈ ਕੰਮ ਕੁਮ ਦਿੰਦੇ ਆ, ਤਾਂ ਉਹ ਕਹਿੰਦਾ ਵੀ ਚੰਗਾ ਬਈ, ਇਹ ਬਹੁਤ ਵਧੀਆ ਬੰਦੇ ਆ ਔਰ ਇਹਨਾਂ ਦਾ ਪ੍ਰਮਾਤਮਾ ਵੀ ਬੜਾ ਵਧੀਆ ਹੋਣਾ ਜਿਸ ਨੇ ਇਹਨਾਂ ਨੂੰ ਇਸ ਤਰ੍ਹਾਂ ਇੰਸਪਾਇਰ ਕੀਤਾ। ਇਹ ਕਿਹੜੇ ਰਾਹ ਦੇ ਉੱਤੇ ਲੱਗੇ ਹੋਏ ਨੇ? ਇਹ ਗੱਲਾਂ ਤਾਂ ਕਰਨੀਆਂ ਬਣਦੀਆਂ ਨੇ, ਇਹ ਸਾਰੇ ਸਿੱਖਾਂ ਦੇ ਗੰਭੀਰਤਾ ਦੇ ਨਾਲ ਕਰਨੀਆਂ ਬਣਦੀਆਂ ਨੇ। ਇਹ ਜਿਹੜੀ ਸੜਕਾਂ ਦੇ ਉੱਤੇ ਟਕਰਾਅ ਹੈ ਇਹ ਬੰਦ ਹੋਣਾ ਚਾਹੀਦਾ। ਸਾਡੇ ਨੌਜਵਾਨ ਅਖੀਰ ਦੇ ਉੱਤੇ ਅਸੀਂ ਘਾਟੇ ਦੇ ਵਿੱਚ ਰਹਿੰਦੇ ਹਾਂ, ਕਿਉਂਕਿ ਜੋ ਉੱਤੇ ਚੜ ਕੇ ਇਹਨਾਂ ਦਾ ਪਲੈਨਿੰਗ ਹੁੰਦੀ ਹੈ, ਉੱਤੇ ਚੜ ਕੇ ਇੱਟਾਂ ਮਾਰੀਆਂ ਤਾਂ ਉਹ ਸਾਡੇ ਵੱਜੀਆਂ, ਜੇ ਪੁਲਿਸ ਵਾਲੇ ਆ ਕੇ ਰੋਕਦੇ ਆ ਤਾਂ ਸਾਨੂੰ ਰੋਕਦੇ ਆ, ਜੇ ਪੁਲਿਸ ਵਾਲੇ ਅਰੈਸਟ ਕਰਦੇ ਆ ਸਾਨੂੰ ਅਰੈਸਟ ਕਰਦੇ ਆ। ਤਾਂ ਇਹ ਜਿਹੜਾ ਹੈਗਾ ਇਹ ਛੇੜਨ ਦਾ, ਇੱਕ ਇਸ ਤਰ੍ਹਾਂ ਦੀਆਂ ਛਿੰਗੜੀਆਂ ਛੇੜ ਕੇ ਤੇ ਲੋਕਾਂ ਨੂੰ ਬਦਜ਼ਨ ਕਰਨ ਦਾ ਇਹ ਜਿਹੜਾ ਅਮਲ ਹੈ ਇਹ ਬੰਦ ਹੋਣਾ ਚਾਹੀਦਾ ਹੈ। ਔਰ ਜਿੰਨੀ ਜਲਦੀ ਇਹਨਾਂ ਨੂੰ ਇਸ ਗੱਲ ਦੀ ਸੋਝੀ ਆ ਜਾਏ ਇਹ ਚੰਗਾ ਹੈ, ਹਿੰਦੁਸਤਾਨ ਵਾਸਤੇ ਚੰਗਾ ਹੈ ਔਰ ਸਾਰੇ ਦੁਨੀਆ ਵਾਸਤੇ ਚੰਗਾ ਹੈ। ਕਿਉਂਕਿ ਅੱਜ ਜ਼ਮਾਨਾ ਨਹੀਂ ਇਹਨਾਂ ਨਫ਼ਰਤਾਂ ਦਾ, ਅੱਜ ਜ਼ਮਾਨਾ ਪਿਆਰ ਦਾ ਹੈ, ਆਪਸ ਦੇ ਵਿੱਚ ਮਿਲ ਕੇ ਰਹਿਣ ਦਾ ਹੈ, ਭਾਈਚਾਰੇ ਦਾ ਹੈ। ਤੇ ਸਾਡਾ ਸਤਿਗੁਰ ਉਹ ਹੈ, ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲੈ ਮਿਲਾਏ ਜੀਓ। ਅਸੀਂ ਸਾਰਿਆਂ ਦੇ ਨਾਲ ਮਿਲ ਕੇ ਰਹਿਣ ਦੇ ਚਾਹਵਾਨ ਹਾਂ, ਲੇਕਿਨ ਅਸੀਂ ਇਹਨਾਂ ਦੀ ਗੁਲਾਮੀ ਕਿਸੇ ਦੀ ਵੀ ਸਵੀਕਾਰ ਨਹੀਂ ਕਰਦੇ। ਬਿਲਕੁਲ, ਅਖੀਰ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਕੁੱਲ ਮਿਲਾ ਕੇ ਗੱਲ ਬਰਾਬਰਤਾ ਤੇ ਆ ਕੇ ਮੁੱਕਦੀ ਹੈ ਕਿ ਜਦੋਂ ਤੁਸੀਂ ਬਰਾਬਰਤਾ ਦੇ ਨਾਲ ਰੱਖੋਗੇ, ਕਿਸੇ ਨੂੰ ਉਹੋ ਜਿਹਾ ਨਹੀਂ ਫੀਲ ਹੋਣ ਦਿਓਗੇ, ਕੋਈ ਘੱਟ ਗਿਣਤੀ ਨਹੀਂ, ਸਭ ਬਰਾਬਰ ਹੋਣਗੇ, ਤਾਂ ਉੱਥੇ ਕਦੇ ਇਹੋ ਜਿਹੇ ਵਿਵਾਦ ਜਿਹੜੇ ਉਹ ਖੜੇ ਨਹੀਂ ਹੋਣਗੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਗੁਰਤੇਜ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ।